ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਈ। ਧੰਨ ਧੰਨ ਸੱਚੇ ਪਾਤਸ਼ਾਹ ਗੁਰਤਾ ਗੱਦੀ ਤੇ ਸੁਭਾਈਮਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਪਾਵਨ ਸ਼ਹੀਦੀ ਦਿਹਾੜਾ ਮਨਾ ਰਹੇ ਸਤ ਸੰਗੀ ਜਨੋ, ਦਾਸ ਤੋਂ ਪਹਿਲਾਂ ਆਪ ਜੀ ਨੇ ਬੜੇ ਪਿਆਰ ਦੇ ਨਾਲ ਗੁਰੂ ਕੇ ਪਿਆਰ ਵਾਲਿਆਂ ਪਾਸੋਂ ਗੁਰਬਾਣੀ ਕੀਰਤਨ ਗੁਰਮਤਿ ਵਿਚਾਰਾਂ ਅਤੇ ਪ੍ਰੇਰਣਾਦਾਇਕ ਕਵਿਤਾਵਾਂ ਜਿਹੜੀਆਂ ਨੇ ਧਾਰਨਾ ਦੇ ਰੂਪ ਵਿੱਚ ਸਰਵਣ ਕੀਤੀਆਂ ਹਨ। ਆਓ ਨਿਯਤ ਸਮੇਂ ਦੇ ਵਿੱਚ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਹਾਨ ਸ਼ਹਾਦਤ ਦੇ ਕੁਝ ਕੁ ਕਾਰਨ ਆਪਾਂ ਸਾਰੇ ਜਣੇ ਵਿਚਾਰਨ ਦੀ ਕੋਸ਼ਿਸ਼ ਕਰਾਂਗੇ। ਮੈਂ ਵਿਚਾਰ ਆਰੰਭ ਕਰਾਂ ਇਸ ਤੋਂ ਪਹਿਲਾਂ ਆਪ ਸਾਰਿਆਂ ਨੇ ਜੋ ਇੱਥੇ ਗੁਰੂ ਦਰਬਾਰ ਅੰਦਰ ਅਤੇ ਬਾਹਰ ਜੁੜ ਬੈਠੇ ਹੋ, ਬੜੇ ਪਿਆਰ ਅਤੇ ਇਕਾਗਰ ਭਾਵ ਦੇ ਨਾਲ ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਸੰਸਾਰ ਦੇ ਪਹਿਲੇ ਸ਼ਹੀਦ ਹਨ। ਇਸ ਗੱਲ ਨੂੰ ਦੁਨੀਆ ਭਰ ਦੇ ਵਿਦਵਾਨ ਜਿਹੜੇ ਹਨ ਉਹ ਆਪਣੀ ਕਲਮ ਰਾਹੀਂ ਤੇ ਆਪਣੇ ਬੋਲਾਂ ਰਾਹੀਂ ਮੰਨ ਚੁੱਕੇ ਹਨ ਕਿ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਇਸ ਸੰਸਾਰ ਦੇ ਲਈ ਬੜੀ ਮਹਾਨ ਸ਼ਹਾਦਤ ਹੈ। ਜੇ ਸ਼ਹਾਦਤ ਮਹਾਨ ਹੈ ਤਾਂ ਸਾਡੇ ਮਨ ਵਿੱਚ ਇਹ ਸਵਾਲ ਨਾਲ ਦੀ ਨਾਲ ਖੜਾ ਹੋ ਜਾਣਾ ਚਾਹੀਦਾ ਹੈ, ਜੇ ਸ਼ਹਾਦਤ ਬੜੀ ਵੱਡੀ ਹੈ, ਜੇ ਸ਼ਹਾਦਤ ਬੜੀ ਉੱਚ ਕੋਟੀ ਦੀ ਹੈ ਤਾਂ ਇਹਦਾ ਮਤਲਬ ਹੈ ਇਹਦੇ ਕਾਰਨ ਵੀ ਬੜੇ ਵੱਡੇ ਹੋਣਗੇ। ਜੇ ਕੋਈ ਘਟਨਾ ਵੱਡੀ ਹੋਵੇ ਉਹਦੇ ਕਾਰਨ ਵੀ ਵੱਡੇ ਹੁੰਦੇ ਹਨ, ਜੇ ਘਟਨਾ ਛੋਟੀ ਹੋਵੇ ਉਹਦੇ ਕਾਰਨ ਵੀ ਛੋਟੇ ਹੁੰਦੇ ਹਨ। ਅਸੀਂ ਇਸ ਗੱਲ ਤੇ ਤਾਂ ਬੜਾ ਜ਼ੋਰ ਦਿੰਦੇ ਹਾਂ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਬੜੀ ਵੱਡੀ ਹੈ, ਸ਼ਹਾਦਤ ਬੜੀ ਮਹਾਨ ਹੈ, ਪਰ ਜਦੋਂ ਅਸੀਂ ਕਾਰਨਾਂ ਦੇ ਵੱਲ ਜਾਂਦੇ ਹਾਂ ਤਾਂ ਉੱਥੇ ਅਸੀਂ ਕਾਰਨਾਂ ਨੂੰ ਬੜਾ ਛੋਟਾ ਜਿਹਾ ਕਰਕੇ ਦੇਖਦੇ ਹਾਂ, ਬੜੇ ਮਨਫੀ ਜਿਹੇ ਕਰਕੇ ਦੇਖਦੇ ਹਾਂ। ਸਾਡੀ ਸੁਰਤ ਵਿੱਚ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦੀ ਦੇ ਕਾਰਨ ਬੜੇ ਛੋਟੇ ਹਨ, ਅਸੀਂ ਉਹਨਾਂ ਨੂੰ ਬੜਾ ਛੋਟਾ ਕਰ ਦਿੱਤਾ ਹੈ। ਅਸੀਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਨੂੰ ਉਹਨਾਂ ਦੇ ਪਰਿਵਾਰਕ ਝਗੜੇ ਤੱਕ, ਅਸੀਂ ਉਹਨਾਂ ਦੀ ਸ਼ਹਾਦਤ ਨੂੰ ਇੱਕ ਦੁਨਿਆਵੀ ਰਿਸ਼ਤੇ ਤੱਕ, ਇੱਥੋਂ ਤੱਕ ਸਮੇਟ ਕੇ ਰੱਖ ਦਿੱਤਾ। ਆ ਦੋ ਮੂਲ ਕਾਰਨ ਜਿਹੜੇ ਹਨ ਅਸੀਂ ਉਹਨਾਂ ਦੀ ਸ਼ਹਾਦਤ ਦੇ ਬਣਾ ਲਏ ਹਨ। ਜਾਂ ਤਾਂ ਪਰਿਵਾਰਕ ਝਗੜਾ ਅਸੀਂ ਬਾਬਾ ਪ੍ਰਿਥੀ ਚੰਦ ਜੀ ਨੂੰ ਮੂਲ ਕਾਰਨ ਸਮਝਦੇ ਹਾਂ, ਜਾਂ ਦੂਸਰਾ ਅਸੀਂ ਚੰਦੂ ਦੀ ਲੜਕੀ ਵਾਲਾ ਜੋ ਇੱਕ ਘਰੇਲੂ ਮਸਲਾ ਸੀਗਾ ਉਸ ਨੂੰ ਮੂਲ ਕਾਰਨ ਸਮਝਦੇ ਹਾਂ। ਅਸੀਂ ਥੋੜਾ ਜਿਹਾ ਵਿਸਤਾਰ ਚ ਜਾਈਏ, ਥੋੜਾ ਜਿਹਾ ਹੋਰ ਪੜਚੋਲਣ ਦੀ ਕੋਸ਼ਿਸ਼ ਕਰੀਏ। ਸੋ ਮੈਂ ਇਸ ਕਰਕੇ ਗੱਲਾਂ ਕੀਤੀਆਂ, ਕਾਰਨ ਇਹ ਵੀ ਹਨ ਪਰ ਇਹਨਾਂ ਤੋਂ ਬਹੁਤ ਵੱਡੇ ਕਾਰਨ ਹੋਰ ਹਨ ਜਿਨ੍ਹਾਂ ਨੂੰ ਅਸਾਂ ਨੇ ਜਾਂ ਤੇ ਮਨਫੀ ਕਰ ਦਿੱਤਾ ਹੈ ਜਾਂ ਜਿਨ੍ਹਾਂ ਦੇ ਬਾਰੇ ਅਸੀਂ ਕਦੀ ਗੱਲ ਹੀ ਨਹੀਂ ਕੀਤੀ। ਅਸੀਂ ਕੇਵਲ ਇਹਨਾਂ ਦੋਵਾਂ ਤੱਕ ਸੀਮਤ ਰਹਿ ਗਏ ਹਾਂ, ਦੋਵਾਂ ਤੱਕ। ਹੁਣ ਮੈਂ ਇੱਕ ਇੱਕ ਕਰਕੇ, ਸਮਾਂ ਸੀਮਤ ਹੈ ਕਿਉਂਕਿ ਲੰਮੇ ਸਮੇਂ ਤੋਂ ਅਸੀਂ ਬੈਠੇ ਹਾਂ, ਲਗਭਗ 6:30 ਵਜੇ ਤੋਂ ਦੀਵਾਨ ਸ਼ੁਰੂ ਹੈ, ਇਸ ਕਰਕੇ ਮੈਂ ਸਮੇਂ ਦੇ ਵਿੱਚ ਸਮਾਪਤੀ ਕਰਾਂਗਾ। ਸੰਖੇਪ ਚ ਬੇਨਤੀ ਕਰਾਂਗਾ, ਹਾਂ ਜੇ ਵਿਸਤਾਰ ਵਿੱਚ ਆਪ ਜੀ ਨੇ ਜਾਣਨਾ ਹੈ ਤਾਂ ਬਾਹਰ ਸਟਾਲ ਲੱਗਾ ਹੈ, ਉਸ ਸਟਾਲ ਤੇ ਇੱਕ ਕਿਤਾਬ ਪਈ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ। ਉਹਦੇ ਵਿੱਚ ਇਹ ਗੱਲਾਂ ਵਿਸਤਾਰ ਸਹਿਤ ਨੇ, ਤੁਸੀਂ ਉੱਥੋਂ ਲੈ ਕੇ ਜਾਇਓ ਤੇ ਉਹਨਾਂ ਨੂੰ ਪੜ੍ਹਿਓ, ਫਿਰ ਆਪਣੇ ਵੱਲ ਝਾਤ ਮਾਰਿਓ ਕਿ ਅਸੀਂ ਕੀ ਸੋਚ ਰਹੇ ਸਾਂ, ਨਿਕਲਿਆ ਕੀ ਹੈ, ਅਸੀਂ ਕੀ ਵਿਚਾਰ ਰਹੇ ਸਾਂ,
ਹੋਇਆ ਕੀ ਹੈ, ਗੱਲ ਕਿੱਥੋਂ ਸ਼ੁਰੂ ਹੁੰਦੀ ਹੈ? ਗੱਲ ਸ਼ੁਰੂ ਹੁੰਦੀ ਹੈ ਬਾਬੇ ਨਾਨਕ ਦੇ ਘਰ ਦੇ ਉਸ ਸਾਂਝੇ ਉਪਦੇਸ਼ ਤੋਂ, ਜਿੱਥੇ ਬਾਣੀ ਦੇ ਵਿੱਚ ਇਹ ਗੱਲ ਆਖੀ ਗਈ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਗੱਲ ਸ਼ੁਰੂ ਹੁੰਦੀ ਹੈ ਬਰਾਬਰਤਾ ਤੋਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਧਰਤੀ ਤੇ ਆ ਕੇ ਤੇ ਉਹਨਾਂ ਦੇ ਗਾਂ ਪੈਰੋਕਾਰਾਂ ਨੇ ਬਰਾਬਰੀ ਦਾ ਉਪਦੇਸ਼ ਦਿੱਤਾ, ਬਰਾਬਰਤਾ ਦਾ ਉਪਦੇਸ਼ ਦਿੱਤਾ। ਕੱਲਾ ਦਿੱਤਾ ਹੀ ਨਹੀਂ, ਉਹਨਾਂ ਨੇ ਬਕਾਇਦਾ ਇਸ ਚੀਜ਼ ਨੂੰ ਦੁਨੀਆ ਦੇ ਧਰਾਤਲ ਤੇ ਸੱਚ ਕਰ ਦਿੱਤਾ। ਅੱਜ ਇਹਦੇ ਵਿੱਚ ਅਸੀਂ ਬੈਠੇ ਹਾਂ ਸੰਗਤ, ਇਸ ਸੰਗਤ ਦੇ ਵਿੱਚ ਜੇ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਪਹਿਲਾਂ ਦੇ ਲੋਕਾਂ ਦੇ ਸੰਗਤੀ ਵਿਧਾਨ ਬਾਰੇ ਪੜ੍ਹੀਏ, ਪਹਿਲਾਂ ਤਾਂ ਪਹਿਲੀ ਗੱਲ ਤੇ ਉਸ ਵਕਤ ਸੰਗਤ ਹੀ ਨਹੀਂ ਸੀ, ਤੇ ਜੇ ਹੈ ਸੀ ਤੇ ਸੰਗਤ ਦੇ ਵਿੱਚ ਊਚ ਨੀਚਤਾ ਬੜੀ ਸੀ। ਇਹ ਭਾਰਤ ਦਾ ਇਹ ਸਮੁੱਚਾ ਸਮਾਜ 4 ਹਿੱਸਿਆਂ 'ਚ ਵੰਡਿਆ ਸੀਗਾ। ਕਿਹੜਾ? 4 ਵਰਨਾਂ ਦੇ ਵਿੱਚ ਵੰਡਿਆ ਸੀਗਾ, ਬ੍ਰਾਹਮਣ, ਖੱਤਰੀ, ਸ਼ੂਦ, ਵੈਸ਼ ਤੇ ਸ਼ੂਦ। ਪਹਿਲਾਂ 4 ਹਿੱਸੇ ਕੀਤੇ, ਫਿਰ ਅੱਗੇ 4 ਹਿੱਸਿਆਂ ਨੂੰ ਫਿਰ ਜਾਤਾਂ ਦੇ ਵਿੱਚ ਵੰਡਿਆ ਸੀਗਾ, ਫਿਰ ਅੱਗੇ ਜਾਤਾਂ ਨੂੰ ਗੋਤਾਂ ਦੇ ਵਿੱਚ ਵੰਡਿਆ ਸੀਗਾ। ਭਾਵ ਉੱਤੋਂ ਤੋਂ ਲੈ ਕੇ ਥੱਲੇ ਤੱਕ ਵੰਡ ਹੀ ਵੰਡ ਸੀ। ਤੁਸੀਂ ਸੋਚਦੇ ਹੋ ਇੱਕ ਖੂਹ ਤੇ ਇੱਕ ਬਰਾਦਰੀ ਦੇ ਬੰਦੇ ਪੈਰ ਪਾਣੀ ਪੀਂਦੇ ਸਨ, ਦੂਜੀ ਬਰਾਦਰੀ ਦੂਜਰੀ ਜਾਤ ਵਾਲਿਆਂ ਵਾਸਤੇ ਖੂਹ ਅੱਡ ਸੀਗਾ। ਇੱਕ ਤਲਾਬ ਤੇ ਇੱਕ ਬਰਾਦਰੀ ਦੇ ਬੰਦੇ ਨਹਾਉਂਦੇ ਸਨ, ਦੂਸਰੀ ਦੇ ਨਹੀਂ ਸੀ ਨਹਾਉਂਦੇ। ਮੈਂ ਇੱਕ ਘਟਨਾ ਇੱਥੇ ਸਾਂਝੀ ਕਰ ਰਿਹਾ। ਬਾਬਰ ਦਾ ਨਾਂ ਤੁਸੀਂ ਸਾਰਿਆਂ ਨੇ ਸੁਣਿਆ। ਬਾਬਰ ਉਹ ਪਹਿਲਾ ਬਾਦਸ਼ਾਹ ਸੀਗਾ ਜਿਨੇ ਭਾਰਤ ਦੀ ਧਰਤੀ ਤੇ ਆਪਣਾ ਪੱਕਾ ਰਾਜ ਕਾਇਮ ਕੀਤਾ। ਜਦੋਂ ਉਹ ਪੱਕਾ ਰਾਜ ਕਾਇਮ ਕਰ ਰਿਹਾ ਸੀਗਾ, ਜਿਸ ਹਮਲੇ ਦਾ ਜ਼ਿਕਰ ਅਸੀਂ ਗੁਰਬਾਣੀ ਚੋਂ ਪੜ੍ਹਦੇ ਹਾਂ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਉਸ ਵਕਤ ਦੀ ਮੈਂ ਘਟਨਾ ਸਾਂਝੀ ਕਰ ਲਾਂਗੀ। ਇੱਥੋਂ ਦੇ ਲੋਕਾਂ ਵਿੱਚ ਕਿੰਨੀ ਆਪਸ ਦੇ ਵਿੱਚ ਭੇਦ ਭਾਵ ਮਤਭੇਦ ਸਨ, ਊਚ ਨੀਚ ਦਾ, ਜਾਤ ਪਾਤ ਦਾ ਕਿੱਡਾ ਗਹਿਰਾ ਸਦਮਾ ਇੱਥੋਂ ਦੇ ਲੋਕ ਹੰਢਾ ਰਹੇ ਸਨ। ਹੋਇਆ ਕੀ, ਉਹਨੇ ਹਮਲਾ ਕੀਤਾ। ਸ਼ਾਮ ਵੇਲੇ ਉਹਨਾਂ ਦਿਨਾਂ ਵਿੱਚ ਜੰਗ ਬੰਦ ਹੋ ਜਾਇਆ ਕਰਦੀ ਸੀ, ਸ਼ਾਮ ਨੂੰ ਜੰਗ ਬੰਦ ਹੋ ਗਈ। ਦੋਵੇਂ ਧਿਰਾਂ ਜਿਹੜੀਆਂ ਹਨ ਆਪੋ ਆਪਣੇ ਲੋਕਾਂ ਦੀਆਂ ਲਾਸ਼ਾਂ ਚੁੱਕਣ ਲੱਗ ਗਈਆਂ। ਉਹ ਮੁਸਲਮਾਨ ਸਨ, ਉਹਨਾਂ ਨੇ ਆਪਣੇ ਲੋਕਾਂ ਦੀਆਂ ਲੋਥਾਂ ਚੁੱਕੀਆਂ, ਆਪਣੇ ਸਿਪਾਹੀਆਂ ਦੀਆਂ ਲੋਥਾਂ ਚੁੱਕੀਆਂ ਤੇ ਦੱਬ ਦਿੱਤੀਆਂ। ਇੱਧਰ ਜ਼ਿਆਦਾਤਰ ਭਾਰਤ ਵਾਲੇ ਪਾਸੇ, ਇਸ ਪਾਸੇ ਜ਼ਿਆਦਾਤਰ ਹਿੰਦੂ ਲੋਕ ਸਨ। ਇਸ ਕਰਕੇ ਇਹਨਾਂ ਨੇ ਆਪਣੇ ਮਰੇ ਹੋਏ ਲੋਕਾਂ ਦੀਆਂ ਲੋਥਾਂ ਚੁੱਕੀਆਂ ਤੇ ਉਹਨਾਂ ਨੂੰ ਸੰਸਕਾਰ ਦਿੱਤਾ। ਬਾਬਰ ਆਪਣੇ ਵਜ਼ੀਰ ਨੂੰ ਕਹਿੰਦਾ ਹੈ, ਇਹ ਗੱਲ ਇਤਿਹਾਸ ਦੇ ਪੰਨਿਆਂ ਤੇ ਲਿਖੀ ਹੈ, ਕਹਿੰਦਾ ਹੈ ਅੱਜ ਨੁਕਸਾਨ ਤੇ ਆਪਣਾ ਜ਼ਿਆਦਾ ਹੋਇਆ ਹੈ, ਸਾਹਮਣੇ ਸਿਵੇ ਬੜੇ ਬਲ ਰਹੇ ਨੇ, ਅੱਗ ਬੜੀ ਬਲਦੀ ਨਜ਼ਰ ਆ ਰਹੀ ਹੈ, ਗੱਲ ਕੀ ਹੈ? ਤਾਂ ਉਹਦਾ ਵਜ਼ੀਰ ਬੜਾ ਸਿਆਣਾ ਸੀ, ਉਹ ਬਾਬਰ ਨੂੰ ਕਹਿਣ ਲੱਗਾ, ਬਾਬਰ ਅਸਲ 'ਚ ਜਿਹੜੀ ਸਾਹਮਣੇ ਅੱਗ ਜਿਹੜੀ ਹੈ ਨਾ, ਉਹ ਅੱਗ ਨਹੀਂ, ਜਿਹੜੀ ਤੈਨੂੰ ਆ ਸਾਹਮਣੇ ਅੱਗ ਬਲਦੀ ਨਜ਼ਰ ਆ ਰਹੀ ਹੈ ਨਾ, ਸਿਵੇ ਨਹੀਂ ਬਲ ਰਹੇ। ਕਹਿੰਦਾ ਹੋਰ ਕੀ ਬਲ ਰਿਹਾ? ਕਹਿੰਦਾ ਇਹ ਚੁੱਲ੍ਹੇ ਬਲ ਰਹੇ ਨੇ। ਕਹਿੰਦਾ ਚੁੱਲ੍ਹੇ ਬਲ ਰਹੇ ਨੇ? ਇੰਨੇ ਚੁੱਲ੍ਹੇ ਬਲ ਰਹੇ ਨੇ? ਫੌਜ ਇੱਕ ਹੈ, ਲੜਨ ਵਾਲਾ ਸਾਡੇ ਸਾਹਮਣੇ ਹਾਕਮ ਇੱਕ ਹੈ, ਹੋ ਸਕਦਾ 5-7 ਚੁੱਲ੍ਹੇ ਹੋਣ। ਕਹਿੰਦਾ ਬਾਬਰ ਫਿਰ ਤੈਨੂੰ ਇਹਨਾਂ ਲੜਨ ਵਾਲੇ ਲੋਕਾਂ ਬਾਰੇ ਪਤਾ ਨਹੀਂ? ਕਹਿੰਦਾ ਮੈਨੂੰ ਪਤਾ ਨਹੀਂ, ਕਿਉਂਕਿ ਮੈਂ ਇਹਨਾਂ ਦੇ ਨਾਲ ਲੜ ਰਿਹਾ, ਮੈਨੂੰ ਕਿਉਂ ਨਹੀਂ ਪਤਾ? ਕਹਿੰਦਾ ਵਾਕਿਆ ਤੈਨੂੰ ਅਸਲੀਅਤ ਦਾ ਪਤਾ ਨਹੀਂ, ਇਹ ਚੁੱਲ੍ਹੇ ਬਲ ਰਹੇ ਨੇ। ਕਹਿੰਦਾ ਇੰਨੇ ਚੁੱਲ੍ਹੇ? ਹਾਂ। ਕਹਿੰਦਾ ਇੰਨੇ ਚੁੱਲ੍ਹੇ ਕਾਹਤੋਂ? ਕਹਿੰਦਾ ਇਸ ਕਰਕੇ ਕਿ ਇਹ ਲੋਕ ਜਿਹੜੇ ਹਨ ਪਹਿਲਾਂ ਵਰਨਾਂ 'ਚ ਵੰਡੇ ਨੇ, ਫਿਰ ਜਾਤਾਂ 'ਚ ਵੰਡੇ ਨੇ, ਫਿਰ ਗੋਤਾਂ 'ਚ ਵੰਡੇ ਨੇ। ਇਹ ਇੰਨੇ ਕੁ ਵੰਡੇ ਨੇ ਕਿ ਇਹ ਇੱਕ ਦੂਜੇ ਦੇ ਨਾਲ ਰੋਟੀ ਦੀ ਸਾਂਝ ਨਹੀਂ ਕਰਦੇ। ਇਹ ਆਪਣਾ ਚੁੱਲ੍ਹਾ, ਇੱਕ ਗੋਤ ਦਾ, ਇੱਕ ਜਾਤ ਦਾ ਬੰਦਾ ਚੁੱਲ੍ਹਾ ਆਪਣਾ ਤਾਂ ਪਾਉਂਦਾ ਹੈ, ਆਪਣੀ ਰੋਟੀ ਪਕਾਉਂਦਾ ਹੈ, ਫਿਰ ਖਾਂਦਾ ਹੈ। ਤੇ ਬਾਬਰ ਹੱਥ ਤੇ ਹੱਥ ਮਾਰ ਕੇ ਕਹਿਣ ਲੱਗਾ, ਜਿਨ੍ਹਾਂ ਲੋਕਾਂ 'ਚ ਖਾਣ 'ਚ ਸਾਂਝ ਨਹੀਂ, ਉਹਨਾਂ 'ਚ ਲੜਨ 'ਚ ਕਿੱਥੋਂ ਸਾਂਝ ਹੋ ਸਕਦੀ ਹੈ? ਸਵੇਰ ਨੂੰ ਆਪਾਂ ਇਸ ਦੇਸ਼ ਦੇ ਮਾਲਕ ਹੋਵਾਂਗੇ। ਗੱਲ ਉਹੀ ਹੋਈ। ਸੋ ਬਾਬੇ ਨਾਨਕ ਨੇ ਸਾਨੂੰ ਇੱਕ ਸੰਗਤ ਦਿੱਤੀ,
ਇੱਥੇ ਸਾਰਿਆਂ ਦਾ ਬਹਿਣਾ ਬਰਾਬਰ ਹੈ। ਇੱਥੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ। ਬਾਬੇ ਨਾਨਕ ਨੇ ਸਾਨੂੰ ਪੰਗਤ ਦਿੱਤੀ, ਉਸ ਪੰਗਤ ਵਿੱਚ ਸਾਰਿਆਂ ਦਾ ਖਾਣਾ ਸਾਂਝਾ। ਇਸ ਗੱਲ ਤੋਂ ਸਾਹਮਣੇ ਵਾਲੀ ਧਿਰ ਨੂੰ ਬੜੀ ਤਕਲੀਫ ਹੋਈ। ਜਿਨ੍ਹਾਂ ਦਾ ਸਾਰਾ ਸਿਸਟਮ, ਜਿਨ੍ਹਾਂ ਦਾ ਸਾਰਾ ਨਿਜ਼ਾਮ ਹੀ ਵੰਡ ਤੇ ਚੱਲ ਰਿਹਾ ਸੀਗਾ, ਉਹ ਕਦੋਂ ਬਰਦਾਸ਼ਤ ਕਰ ਸਕਦੇ ਸੀ? ਕੀ ਉਹ ਬਰਦਾਸ਼ਤ ਕਰ ਸਕਦੇ ਸਨ? ਨਹੀਂ। ਇਸ ਕਰਕੇ ਉਹਨਾਂ ਨੇ ਵੇਖਿਆ, ਬਾਬੇ ਨਾਨਕ ਨੂੰ ਬਰਦਾਸ਼ਤ ਕਰ ਲਿਆ, ਗੁਰੂ ਅੰਗਦ ਸਾਹਿਬ ਨੂੰ ਬਰਦਾਸ਼ਤ ਕਰ ਲਿਆ, ਗੁਰੂ ਰਾਮਦਾਸ ਮਹਾਰਾਜ ਜੀ ਨੂੰ, ਗੁਰੂ ਅਮਰਦਾਸ ਜੀ ਨੂੰ, ਇਹਨਾਂ ਨੂੰ ਬਰਦਾਸ਼ਤ ਕਰ ਲਿਆ। ਪਰ ਹੁਣ ਉਹਨਾਂ ਦੇ ਗੱਲੋਂ ਬਰਦਾਸ਼ਤ ਤੋਂ ਜਿਹੜੀ ਗੱਲ ਹੈ ਉਹ ਬਾਹਰ ਹੋ ਗਈ ਸੀ। ਉਹ ਕਹਿੰਦੇ ਹੁਣ ਬਰਦਾਸ਼ਤ ਨਹੀਂ ਹੁੰਦਾ, 4 ਪੀੜ੍ਹੀਆਂ ਹੋ ਗਈਆਂ ਨੇ, ਹੁਣ ਬਰਦਾਸ਼ਤ ਨਹੀਂ ਹੁੰਦਾ, ਹੁਣ ਸਾਨੂੰ ਕੁਝ ਨਾ ਕੁਝ ਕਰਨਾ ਚਾਹੀਦਾ, ਨਹੀਂ ਤੇ ਇਹ ਸਾਡੀ ਵਰਣ ਅਵਸਥਾ ਨੂੰ ਤੋੜ ਦੇਣਗੇ। ਇਹ ਜਿਵੇਂ ਜਿਵੇਂ ਤਲਾਬ ਬਣਾਈ ਜਾ ਰਹੇ ਨੇ, ਜਿਵੇਂ ਜਿਵੇਂ ਇਹ ਸ਼ਹਿਰ ਬਣਾ ਰਹੇ ਨੇ, ਜਿਵੇਂ ਜਿਵੇਂ ਸੰਗਤਾਂ ਸਜਾ ਰਹੇ ਨੇ, ਲੋਕ ਇੱਕ ਹੋ ਰਹੇ ਨੇ। ਤੁਸੀਂ ਸੋਚ ਕੇ ਵੇਖੋ, ਬਾਬਾ ਨਾਮਦੇਵ ਜੀ ਦਾ ਸ਼ਬਦ ਤੁਸੀਂ ਸਾਰਿਆਂ ਨੇ ਪੜ੍ਹਿਆ ਹੋਣਾ, ਲੋਕ ਉਦੋਂ ਕਿੰਨੇ ਦੁਖੀ ਹੋਣਗੇ ਇਸ ਵੰਡ ਤੋਂ। ਬਾਬਾ ਨਾਮਦੇਵ ਜੀ ਦਾ ਸ਼ਬਦ ਪੜ੍ਹਿਓ, ਇਹ ਪੰਡਿਆ ਮੋਕੋ ਢੇਡ ਕਹਿਤ ਹੈ, ਤੇਰੀ ਪੈਜ ਪਛੌਂਡੀ ਹੋਏ ਲਾ। ਕਿੰਨੇ ਦੁੱਖ ਤੋਂ ਅੰਦਰੋਂ ਉਹਨਾਂ ਨੇ ਗੱਲ ਕਹੀ ਹੋਊਗੀ, ਇਹ ਲੋਕ ਮੈਨੂੰ ਢੇਡ ਕਹਿੰਦੇ ਨੇ। ਢੇਡ ਦਾ ਭਾਵ ਹੈ ਮੈਨੂੰ ਨੀਚ ਕਹਿੰਦੇ ਨੇ। ਮੈਂ ਨੀਚ ਕਿਸ ਗੱਲੋਂ? ਮੈਂ ਕਿੱਥੋਂ ਨੀਚ ਹਾਂ? ਸੋ ਗੁਰੂ ਘਰ ਨੇ ਕੀ ਕੀਤਾ? ਜਿੰਨੇ ਵੀ ਵਿਤਕਰੇ ਸਨ, ਗੁਰੂ ਘਰ ਨੇ ਇਹਨਾਂ ਵਿਤਕਰਿਆਂ ਨੂੰ ਜੜੋਂ ਪੁੱਟ ਦਿੱਤਾ। ਪਹਿਲਾ ਕਾਰਨ ਇਹ ਸੀਗਾ ਜਿਹੜਾ ਅਸੀਂ ਪੜ੍ਹਦੇ ਆ ਨਾ, ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਸੋ ਪਹਿਲਾ ਕਾਰਨ ਇਹ ਬਣਿਆ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ, ਕਿ ਗੁਰੂ ਘਰ ਜੋ ਬਰਾਬਰਤਾ ਦਾ ਉਪਦੇਸ਼ ਦੇ ਰਿਹਾ ਸੀ ਨਾ, ਸਾਹਮਣੇ ਵਾਲਿਆਂ ਕੋ ਚੱਲਿਆ ਨਾ ਗਿਆ। ਵਰਨ ਵੰਡ ਵਾਲਿਆਂ ਕੋ, ਊਚ ਨੀਚ ਵਾਲਿਆਂ ਕੋ, ਜਾਤ ਪਾਤ ਵਾਲਿਆਂ ਕੋ ਚੱਲਿਆ ਨਾ ਗਿਆ। ਇਸ ਕਰਕੇ ਉਹਨਾਂ ਸੋਚਿਆ ਇਹਨਾਂ ਨੂੰ ਖਤਮ ਕੀਤਾ ਜਾਏ। ਪਹਿਲਾ ਕਾਰਨ ਇਹ ਬਣਿਆ। ਹੁਣ ਦੂਸਰਾ ਮੈਂ ਸੰਖੇਪ ਚ ਬੇਨਤੀ ਕਰ ਰਿਹਾ। ਦੂਜਾ, ਜਦੋਂ ਇਸਲਾਮਕ ਲੋਕ ਇੱਧਰ ਆਉਂਦੇ ਰਹੇ, ਆਪਣਾ ਰਾਜ ਉਹਨਾਂ ਨੇ ਇੱਥੇ ਕਾਇਮ ਕਰ ਲਿਆ, ਤਾਂ ਹਰ ਇੱਕ ਜਿਹੜੀ ਕੌਮ ਹੈ ਨਾ, ਉਹਦੇ ਰਾਜ ਕਰਨ ਦਾ ਇੱਕ ਮੰਤਵ ਹੁੰਦਾ ਹੈ। ਮੰਤਵ ਦਾ ਭਾਵ ਹੁੰਦਾ ਹੈ ਇੱਕ ਟੀਚਾ ਹੁੰਦਾ ਹੈ। ਜਿਵੇਂ ਅਸੀਂ ਸਿੱਖ ਲੋਕ ਆ, ਪੰਜਾਬ ਦੀ ਧਰਤੀ ਤੇ ਸਿੱਖਾਂ ਦਾ ਰਾਜ ਰਿਹਾ। ਬਾਬੇ ਨਾਨਕ ਨੇ ਬਾਣੀ ਵਿੱਚ ਸਿੱਖਾਂ ਦੇ ਰਾਜ ਦੀ ਗੱਲ ਕੀਤੀ, ਉੱਥੇ ਸਾਨੂੰ ਟੀਚਾ ਵੀ ਦਿੱਤਾ। ਟੀਚਾ ਕੀ ਦਿੱਤਾ ਹੈ? ਅਸੀਂ ਰੋਜ਼ ਪੜ੍ਹਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵੀ ਜੇ ਸਿੱਖਾਂ ਤੂੰ ਰਾਜ ਕਰਨਾ ਤੇ ਤੇਰੇ ਰਾਜ ਵਿੱਚੋਂ ਸਰਬੱਤ ਦਾ ਭਲਾ ਨਿਕਲੇ। ਇਹ ਸਾਡੀ ਕੌਮ ਦਾ ਟੀਚਾ ਹੈ, ਇਹ ਸਾਡੇ ਰਾਜ ਦਾ ਮੰਤਵ ਹੈ ਕਿ ਤੇਰੇ ਗੱਦੀ ਤੇ ਬਹਿਣ ਦਾ ਲਾਭ ਤਾਂ ਹੈ ਜੇ ਤੇਰੇ ਰਾਜ ਵਿੱਚ ਸਾਰਿਆਂ ਦਾ ਭਲਾ ਹੋਵੇ। ਤੇ ਸ਼ਾਇਦ ਤੁਹਾਨੂੰ ਪਤਾ ਹੋਵੇ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਇਹ ਗੱਲ ਵਾਕਿਆ ਸੱਚ ਹੋਈ। ਕਹਿੰਦੇ ਕੁੱਤੇ ਦੇ ਗਲ ਵਿੱਚ ਕੈਂਠਾ ਪਾ ਕੇ ਸੋਨੇ ਦਾ ਛੱਡ ਦਿੱਤਾ ਸੀ, ਕਿਸੇ ਨੇ ਕੈਂਠਾ ਚੋਰੀ ਨਹੀਂ ਸੀ ਕੀਤਾ, ਲਾਇਆ ਨਹੀਂ ਸੀਗਾ। ਤੇ ਹੁਣ ਜੇ ਕਿਸੇ ਦਾ ਕੀਮਤੀ ਕੁੱਤਾ ਹੋਵੇ ਤੇ ਲੋਕੀ ਉਹ ਵੀ ਚੋਰੀ ਕਰ ਲੈਂਦੇ ਨੇ, ਵੀ ਵਧੀਆ ਆ, ਚਲੋ ਲੈ ਜਾਂਦੇ ਆ, ਘਰ ਤੇ ਵੇਚ ਦਾਂਗੇ। ਸੋ ਇਹ ਖਾਲਸਾ ਰਾਜ, ਇਹ ਸਾਡੀ ਕੌਮ ਦਾ। ਇਵੇਂ ਜਦੋਂ ਇਸਲਾਮਕ ਲੋਕ ਇੱਧਰ ਆਏ ਨਾ, ਉਹਨਾਂ ਨੂੰ ਵੀ ਉਹਨਾਂ ਦੇ ਧਾਰਮਿਕ ਆਗੂਆਂ ਨੇ ਇੱਕ ਟੀਚਾ ਦਿੱਤਾ ਸੀ ਕਿ ਤੁਸੀਂ ਉੱਥੇ ਜਾ ਕੇ ਰਾਜ ਕਰਨਾ ਹੈ, ਰਾਜ ਦੇ ਨਾਲ ਆ ਟੀਚਾ ਚਲਾਉਣਾ ਹੈ। ਉਹਨੂੰ ਲਿਖਿਆ ਹੈ ਦਾਰੁਲ ਅਲ ਹਰਬ ਤੋਂ ਦਾਰੁਲ ਅਲ ਇਸਲਾਮ। ਇਹਦਾ ਮੈਂ ਪੰਜਾਬੀ ਦੇ ਵਿੱਚ ਅਨੁਵਾਦ ਕਰਨ ਲੱਗਾ। ਇਹਦਾ ਮਤਲਬ ਹੈ ਕਿ ਜਿੱਥੇ ਇਸਲਾਮ ਦਾ ਝੰਡਾ ਝੁਲਦਾ ਹੋਵੇਗਾ ਨਾ, ਰਾਜ ਇਸਲਾਮ ਦਾ ਹੋਵੇਗਾ, ਉੱਥੇ ਜਿਹੜੇ ਥੱਲੇ ਲੋਕ ਹੋਣਗੇ ਨਾ, ਉਹ ਵੀ ਇਸਲਾਮ ਨੂੰ ਮੰਨਣ ਵਾਲੇ ਹੋਣਗੇ। ਦੂਜਿਆਂ ਨੂੰ ਉਹ ਕਾਫਰ ਮੰਨਦੇ ਸਨ। ਇਸੇ ਕਰਕੇ ਸ਼ੀਆ ਤੇ ਸੁੰਨੀ ਦਾ ਝਗੜਾ ਪਿਆ। ਇਸੇ ਕਰਕੇ ਬਾਅਦਾਂ ਚ ਸੂਫੀਆਂ ਨੂੰ ਬਹੁਤ ਸਾਰੀਆਂ ਸਜ਼ਾਵਾਂ ਹੋਈਆਂ। ਸੋ ਜਦੋਂ ਉਹ ਇੱਧਰ ਆਏ, ਰਾਜ ਕਾਇਮ ਹੋ ਗਿਆ, ਉਹਦੇ ਨਾਲ ਨਾਲ ਇਹ ਏਜੰਡਾ ਜਿਹੜਾ ਹੈ ਉਹਨੂੰ ਵਧਾਇਆ ਗਿਆ। ਹੁਣ ਇਸ ਏਜੰਡੇ ਨੂੰ ਵਧਾਉਣ ਦੇ ਲਈ ਬਹੁਤ ਸਾਰੇ ਫਿਰਕੇ ਇੱਥੇ ਆਏ। ਜਿਵੇਂ ਅਸੀਂ ਕਹਿੰਦੇ ਆ ਨਾ, ਸਾਡੀ ਕੌਮ ਦਾ ਪ੍ਰਚਾਰ ਕਰਨ ਲਈ ਬੜੀਆਂ ਸਾਰੀਆਂ ਸੰਪਰਦਾਵਾਂ ਨੇ, ਬਹੁਤ ਸਾਰੇ ਜਿਹੜੇ ਨੇ ਸੰਪਰਦਾਵਾਂ ਬਣੀਆਂ ਹੋਈਆਂ। ਇਵੇਂ ਉਹਨਾਂ ਦੇ ਬਹੁਤ ਸਾਰੇ ਫਿਰਕੇ ਆਏ। ਉਹਨਾਂ ਫਿਰਕਿਆਂ ਦੇ ਵਿੱਚੋਂ ਇੱਕ ਫਿਰਕਾ ਸੀ ਜਿਹਦਾ ਨਾਮ ਸੀਗਾ ਨਕਸ਼ਬੰਦੀ ਫਿਰਕਾ। ਧਿਆਨ ਨਾਲ ਸੁਣ ਲੈਣਾ।
ਨਕਸ਼ਬੰਦੀ ਫਿਰਕਾ ਜਿਹੜਾ ਇਹ ਪੈਦਾ ਉੱਥੇ ਹੋਇਆ, ਪਰ ਇਹਨੇ ਕੰਮ ਇੱਥੇ ਆ ਕੇ ਕਰਨਾ ਸ਼ੁਰੂ ਕੀਤਾ। ਇਹਦਾ ਜਿਹੜਾ ਇੱਥੇ ਮੁੱਖ ਬੰਦਾ ਜਿਹੜਾ ਇਹਦੇ ਚ ਕੰਮ ਕਰ ਰਿਹਾ ਸੀ, ਉਹਦਾ ਨਾਮ ਸੀਗਾ ਸ਼ੇਖ ਅਹਿਮਦ ਸਰਹੰਦੀ। ਉਹ ਇਹਦੇ ਚ ਕੰਮ ਕਰ ਰਿਹਾ ਸੀਗਾ। ਹੁਣ ਇਹਨੂੰ ਥੋੜਾ ਜਿਹਾ ਸਮਝੋ ਇਸ ਗੱਲ ਨੂੰ। ਅਕਬਰ ਤੋਂ ਬਾਅਦ ਹੁਣ ਮੈਂ ਥੋੜਾ ਜਿਹਾ ਲਾਈਨ ਨੂੰ ਪਲਟ ਰਿਹਾ ਇਸ ਗੱਲ ਨੂੰ ਸਮਝਣ ਵਾਸਤੇ। ਅਕਬਰ ਇਸ ਨੀਤੀ ਤੋਂ ਉੱਪਰ ਉੱਠ ਗਿਆ ਸੀ। ਉਹਨੇ ਵੇਖਿਆ ਕਿ ਇੱਥੇ ਇਹ ਜਿਹੜੀ ਨੀਤੀ ਹੈ ਨਾ ਦਾਰੁਲ ਉਲ ਇਸਲਾਮ ਵਾਲੀ, ਇਹ ਲਾਗੂ ਨਹੀਂ ਹੋ ਸਕਦੀ। ਇਸ ਕਰਕੇ ਉਹਨੇ ਸਾਰਿਆਂ ਨੂੰ ਆਜ਼ਾਦੀ ਦਿੱਤੀ ਕਿ ਕੋਈ ਜਿਹੜਾ ਮਰਜ਼ੀ ਧਰਮ ਅਪਣਾ ਸਕਦਾ ਹੈ। ਉਹਨੇ ਤਲਵਾਰ ਦਾ ਜ਼ੋਰ ਜਿਹੜਾ ਉਹ ਛੱਡ ਦਿੱਤਾ। ਪਰ ਇਹਦੇ ਨਾਲ ਜਿਹੜੇ ਕੱਟੜ ਮਲਾਣੇ ਸਨ, ਜਿਹੜੇ ਉੱਥੋਂ ਆਏ ਸਨ, ਉਹਨਾਂ ਨੂੰ ਬੜੀ ਤਕਲੀਫ ਹੋਈ। ਉਹਨਾਂ ਨੇ ਕੀ ਕੀਤਾ, ਅਕਬਰ ਤੋਂ ਬਾਅਦ ਵੀ ਜਿਹੜਾ ਅਗਲਾ ਹਾਕਮ ਹੋਊਗਾ ਉਹ ਸਾਡੀ ਮਰਜ਼ੀ ਦਾ ਹੋਊਗਾ, ਸਾਡੇ ਤਰੀਕੇ ਦਾ ਹੋਊਗਾ। ਇਸ ਕਰਕੇ ਉਹਨਾਂ ਨੇ ਸਲੀਮ ਨੂੰ ਤਿਆਰ ਕੀਤਾ, ਜਿਹਦਾ ਨਾਮ ਜਹਾਂਗੀਰ ਹੈ। ਇਸ ਨੂੰ ਤਿਆਰ ਕੀਤਾ। ਸ਼ਰਤ ਇਹ ਰੱਖੀ ਗਈ ਇਹਦੇ ਨਾਲ ਕਿ ਗੱਦੀ ਤੈਨੂੰ ਅਸੀਂ ਦਵਾਵਾਂਗੇ, ਤੂੰ ਗੱਦੀ ਤੇ ਬਹਿਣਾ, ਨੀਤੀਆਂ ਸਾਡੀਆਂ ਹੋਣਗੀਆਂ। ਫਿਰ ਸਮਝੋ ਦੂਜਾ ਕਾਰਨ, ਜਿਹੜੀ ਨਕਸ਼ਬੰਦੀ ਲਹਿਰ ਹੈ, ਉਹ ਜਦੋਂ ਇੱਥੇ ਆ ਕੇ ਕੰਮ ਕਰਨਾ ਉਹਨਾਂ ਨੇ ਸ਼ੁਰੂ ਕੀਤਾ, ਉਹਨਾਂ ਨੇ ਅਕਬਰ ਦੀ ਨੀਤੀ ਤੋਂ ਉਲਟ, ਤੁਸੀਂ ਵੇਖੋ ਅਕਬਰ ਗੁਰੂ ਦਰਬਾਰ 'ਚ ਵੀ ਆਉਂਦਾ ਹੈ, ਗੋਇੰਦਵਾਲ ਸਾਹਿਬ ਆਉਂਦਾ ਹੈ, ਉੱਥੇ ਸੰਗਤ ਨਾਲ ਬੈਠ ਕੇ ਪ੍ਰਸ਼ਾਦਾ ਛਕਦਾ। ਕਿਸੇ ਤਰੀਕੇ ਦਾ ਕੋਈ ਵਿਤਕਰਾ ਨਹੀਂ ਹੈ। ਬਹੁਤ ਸਾਰੇ ਲੋਕ ਸ਼ਿਕਾਇਤਾਂ ਵੀ ਕਰਦੇ ਨੇ, ਅਕਬਰ ਬੜੇ ਸੋਹਣੇ ਢੰਗ ਦੇ ਨਾਲ ਨਿਆਂ ਵੀ ਕਰਦਾ ਹੈ। ਪਰ ਜਦੋਂ ਉਹਨਾਂ ਵੇਖਿਆ ਕਿ ਇਹ ਤੇ ਗਲਤ ਬੰਨੇ ਗੱਡੀ ਜਾ ਰਹੀ ਹੈ, ਅਸੀਂ ਜਿਵੇਂ ਚਾਹੁੰਦੇ ਸਨ ਉਵੇਂ ਨਹੀਂ ਹੋ ਰਿਹਾ, ਇਸ ਕਰਕੇ ਉਹਨਾਂ ਨੇ ਅਗਲਾ ਜਿਹੜਾ ਅਕਬਰ ਤੋਂ ਬਾਅਦ ਜਿਹੜੇ ਬੰਦੇ ਨੇ ਗੱਦੀ ਤੇ ਬਹਿਣਾ ਸੀ ਨਾ, ਉਹਨੂੰ ਤਿਆਰ ਕੀਤਾ। ਉਹ ਕੌਣ ਸੀਗਾ? ਸਲੀਮ, ਜਿਹਨੂੰ ਆਪਾਂ ਜਹਾਂਗੀਰ ਕਹਿੰਦੇ। ਹਾਲਾਂਕਿ ਅਕਬਰ ਆਪ ਖੁਸ਼ ਨਹੀਂ ਸੀਗਾ ਇਸ ਨੂੰ ਗੱਦੀ ਤੇ ਬਿਠਾ ਕੇ। ਅਕਬਰ ਖੁਸ਼ ਸੀਗਾ ਗੱਦੀ ਤੇ ਬਿਠਾ ਕੇ ਖੁਸਰੋ ਨੂੰ, ਆਪਣੇ ਪੋਤਰੇ ਨੂੰ, ਕਿਉਂਕਿ ਉਹਦਾ ਪੋਤਰਾ ਉਹਦੀ ਸੋਚਦਾ ਸੀਗਾ। ਪਰ ਇਹਨਾਂ ਕੱਟੜ ਮਲਾਣਿਆਂ ਨੇ ਕੀ ਕੀਤਾ, ਇੱਕ ਪੂਰਾ ਗਲਿਆਰਾ ਤਿਆਰ ਕੀਤਾ, ਉਹਦੇ ਚ ਆਪਣੇ ਬੰਦੇ ਸੈੱਟ ਕੀਤੇ। ਉਹ ਬੰਦੇ ਸੈੱਟ ਕਰਕੇ ਜਿਵੇਂ ਕਿਵੇਂ ਜਹਾਂਗੀਰ ਨੂੰ ਤਖਤ ਤੇ ਬਿਠਾਇਆ। ਉਹਨੂੰ ਤਖਤ ਮਿਲਿਆ ਹੈ, ਸਲੀਮ ਨੂੰ ਤਖਤ ਮਿਲਿਆ ਹੈ। ਇੱਧਰ ਇਹਨਾਂ ਨੇ ਆਪਣੀਆਂ ਨੀਤੀਆਂ ਜਿਹੜੀਆਂ ਹਨ ਉਹਨਾਂ ਨੂੰ ਲਾਗੂ ਕਰਨਾ ਸ਼ੁਰੂ ਕੀਤਾ ਧੀਰੇ ਧੀਰੇ। ਸੋ ਇਸ ਤਰ੍ਹਾਂ ਨਕਸ਼ਬੰਦੀ ਲਹਿਰ ਜਿਹੜੀ ਪੈਦਾ ਹੋਈ ਸੀ, ਤੇ ਉਹਦੇ ਨਾਲ ਹੁਣ ਤਾਕਤ ਆ ਗਈ ਹੈ, ਰਾਜ ਦੀ ਤਾਕਤ ਹੈ। ਰਾਜ ਦੀ ਤਾਕਤ ਦੇ ਨਾਲ ਉਹਨਾਂ ਨੇ ਜਿਹੜੇ ਸਾਹਮਣੇ ਵਿਰੋਧੀ ਸਨ ਉਹਨਾਂ ਨੂੰ ਇੱਕ ਇੱਕ ਕਰਕੇ ਸਫਾਇਆ ਕਰਨਾ ਸ਼ੁਰੂ ਕੀਤਾ। ਉਹਨਾਂ ਵੇਖਿਆ ਕਿ ਸਭ ਤੋਂ ਵੱਡਾ ਵਿਰੋਧੀ ਕੌਣ ਹੈ ਇੱਥੇ। ਉਹਨਾਂ ਨੂੰ ਵਿਰੋਧੀਆਂ ਦੇ ਵਿੱਚੋਂ ਸਭ ਤੋਂ ਵੱਡਾ ਵਿਰੋਧੀ ਗੁਰੂ ਅਰਜਨ ਸਾਹਿਬ ਨਜ਼ਰ ਆਇਆ। ਕਿਉਂ? ਕਿਉਂਕਿ ਗੁਰੂ ਅਰਜਨ ਸਾਹਿਬ ਦੇ ਵੇਲੇ ਬਹੁਤ ਸਾਰੇ ਮੁਸਲਮਾਨ ਲੋਕ ਵੀ ਸਿੱਖ ਧਰਮ ਦੇ ਵਿੱਚ ਆ ਗਏ ਸਨ, ਕਿਉਂਕਿ ਸਿੱਖਿਆਵਾਂ ਬੜੀਆਂ ਚੰਗੀਆਂ ਸਨ। ਇੱਥੇ ਕਿਸੇ ਦੇ ਨਾਲ ਧੱਕਾ ਨਹੀਂ ਕੀਤਾ ਜਾਂਦਾ, ਇੱਥੇ ਕਿਸੇ ਦੇ ਨਾਲ ਜਿਹੜਾ ਹੈ ਜ਼ਬਰ ਨਹੀਂ ਕੀਤਾ ਜਾਂਦਾ, ਕਿਉਂਕਿ ਬਾਣੀ ਚ ਉਪਦੇਸ਼ ਹੈ, ਜੋਰੀ ਕੀਏ ਜ਼ੁਲਮ ਹੈ। ਧੱਕੇ ਨਾਲ ਤੁਸੀਂ ਕਿਸੇ ਦਾ ਧਰਮ ਬਦਲਦੇ ਹੋ, ਧਰਮ ਬਦਲਣਾ ਨਹੀਂ, ਉਹ ਜ਼ੁਲਮ ਹੈ, ਉਹਨੂੰ ਜ਼ੁਲਮ ਕਿਹਾ ਗਿਆ ਹੈ। ਇਸੇ ਕਰਕੇ ਪਿਆਰ ਦੇ ਨਾਲ ਬਹੁਤ ਸਾਰੇ ਇਸਲਾਮਿਕ ਲੋਕ ਵੀ ਇੱਧਰ ਆਏ, ਇੱਧਰ ਜੁੜ ਗਏ, ਨਾਲ ਆ ਕੇ ਮਿਲ ਗਏ। ਇਸੇ ਕਰਕੇ ਉਹਨਾਂ ਦੇਖਿਆ ਕਿ ਸਭ ਤੋਂ ਵੱਡਾ ਖਤਰਾ ਜੇ ਸਾਨੂੰ ਹੈ ਤਾਂ ਉਹ ਗੁਰੂ ਘਰ ਤੋਂ ਹੈ, ਬਾਬੇ ਨਾਨਕ ਦੇ ਘਰ ਤੋਂ ਹੈ। ਇਸ ਕਰਕੇ ਉਹਨਾਂ ਨੇ ਗੁਰੂ ਅਰਜਨ ਸਾਹਿਬ ਨੂੰ ਆਪਣਾ ਨਿਸ਼ਾਨਾ ਮਿਥ ਲਿਆ। ਪਰ ਹੁਣ ਇੱਥੇ ਸਮਝਿਓ, ਹੁਣ ਜੇ ਸਿੱਧਾ ਉਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੇ ਹਮਲਾ ਕਰਦੇ ਨੇ ਤਾਂ ਵੀ ਦਿੱਕਤ ਆਉਂਦੀ ਹੈ, ਕਿਉਂਕਿ ਗੁਰੂ ਅਰਜਨ ਸਾਹਿਬ ਮਹਾਰਾਜ ਇਸ ਤਰ੍ਹਾਂ ਦਾ ਤਾਂ ਕੁਝ ਕਰ ਹੀ ਨਹੀਂ, ਕੋਈ ਨਾ ਕੋਈ ਦੋਸ਼ ਤੇ ਬਣਾਉਣਾ ਹੈ ਨਾ। ਹੁਣ ਸਿੱਧਾ ਤੇ ਨਹੀਂ ਨਾ ਜਾ ਕੇ ਕਿਹਾ ਜਾ ਸਕਦਾ ਕਿ ਜੀ ਆਓ ਜੀ ਤੁਹਾਨੂੰ ਅਸੀਂ ਲੈ ਕੇ ਚੱਲੇ ਆ, ਐਸਾ ਨਹੀਂ ਹੋਇਆ। ਫਿਰ ਪੂਰੀ ਵਿਉਂਤਬੰਦੀ ਘੜੀ ਗਈ। ਹੁਣ ਉਸ ਵਿਉਂਤਬੰਦੀ ਚ ਕੀ ਹੈ, ਇਹ ਜਦੋਂ ਜਹਾਂਗੀਰ ਗੱਦੀ ਤੇ ਬੈਠਾ ਉਸ ਵੇਲੇ ਤੋਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ। ਹੁਣ ਉਹਨਾਂ ਤਿਆਰੀਆਂ ਵਿੱਚ ਕਿਹੜੇ ਕਿਹੜੇ ਬੰਦੇ ਯੋਗਦਾਨ ਪਾਉਂਦੇ ਨੇ, ਹੁਣ ਧਿਆਨ ਨਾਲ ਸੁਣਿਓ ਅੱਗੇ। ਇਹਨਾਂ ਚ ਹੀ ਪ੍ਰਿਥੀ ਚੰਦ ਦਾ ਰੋਲ ਆ ਜਾਂਦਾ ਹੈ, ਕਿਉਂਕਿ ਜਦੋਂ ਗੁਰਤਾ ਗੱਦੀ ਗੁਰੂ ਅਰਜਨ ਸਾਹਿਬ ਨੂੰ ਮਿਲ ਗਈ ਹੈ ਤੇ ਉਹਨੇ ਵਿਰੋਧ ਕੀਤਾ ਸੀ। ਉਹਨਾਂ ਵੇਖਿਆ ਕਿ ਇਹ ਬੰਦਾ ਜਿਹੜਾ ਹੈ ਇਹਨਾਂ ਦੇ ਪਰਿਵਾਰ ਵਿੱਚੋਂ ਅੱਡ ਹੋ ਕੇ ਚੱਲਦਾ ਹੈ। ਇਸ ਕਰਕੇ ਉਹਨਾਂ ਨੇ ਥੋੜਾ ਜਿਹਾ ਉਹਨੂੰ ਕੀ ਦਿੱਤਾ,
ਸਹਾਰਾ ਦਿੱਤਾ ਕਿ ਕੋਈ ਗੱਲ ਨਹੀਂ, ਹੁਣ ਸਾਡਾ ਰਾਜ ਆ ਗਿਆ, ਗੱਦੀ ਤੈਨੂੰ ਦਵਾਵਾਂਗੇ, ਤੂੰ ਘਬਰਾ ਨਾ, ਬਾਦਸ਼ਾਹ ਉੱਪਰ ਸਾਡਾ ਬੈਠਾ ਹੀ, ਤੈਨੂੰ ਗੱਦੀ। ਹੁਣ ਇੱਥੇ ਆ ਕੇ ਵੈਸੇ ਪ੍ਰਿਥੀ ਚੰਦ ਦੀ ਕੋਈ ਵੁਕਤ ਨਹੀਂ ਸੀ ਗੁਰੂ ਅਰਜਨ ਸਾਹਿਬ ਦੇ ਸਾਹਮਣੇ, ਪਰ ਹੁਣ ਰਾਜ ਉੱਪਰ ਆ ਗਿਆ। ਇਸ ਕਰਕੇ ਤੁਹਾਨੂੰ ਪਤਾ ਹੈ, ਜਦੋਂ ਰਾਜ ਹੋਵੇ ਤੇ ਮਾੜਾ ਮੋਟਾ ਬੰਦਾ ਵੀ ਜਿਹੜਾ ਹੈ ਨਾ, ਉਹ ਵੀ ਫਿਰ ਕਿਤੇ ਨਾ ਕਿਤੇ ਜਿਹੜਾ ਹੈ ਆਪਣਾ ਰੰਗ ਦਿਖਾ ਹੀ ਜਾਂਦਾ। ਤੁਸੀਂ ਪਿੰਡਾਂ 'ਚ ਵੇਖਦੇ ਹੀ ਹੋ, ਜਦੋਂ ਸਰਕਾਰਾਂ ਬਦਲਦੀਆਂ ਨੇ, ਤੁਸੀਂ ਇਹ ਸਾਰਾ ਕੁਝ ਸਮਝਿਆ ਹੈ, ਵੇਖਿਆ ਹੈ। ਤਾਂ ਐਵੇਂ ਇੱਥੋਂ ਆ ਕੇ ਪ੍ਰਿਥੀ ਚੰਦ ਦਾ ਰੋਲ ਸ਼ੁਰੂ ਹੋਇਆ। ਉਹਨੇ ਰੋਲ ਕੀ ਅਦਾ ਕੀਤਾ ਕਿ ਜਿਹੜਾ ਗੁਰੂ ਘਰ 'ਚ ਦਸਵੰਧ ਆਉਂਦਾ ਸੀਗਾ, ਲੈ ਕੇ ਆਉਂਦੇ ਸੀ ਲੋਕ, ਉਹ ਦਸਵੰਧ ਤੇ ਰੋਕ ਲਵਾਉਣੀ ਸ਼ੁਰੂ ਕਰ ਦਿੱਤੀ, ਭਾਵ ਤੰਗ ਕਰਨਾ। ਹਾਲਾਂਕਿ ਐਵੇਂ ਗੁਰੂ ਘਰ ਨੂੰ ਕੋਈ ਦਿੱਕਤ ਨਹੀਂ ਆਈ, ਪਰ ਇੱਕ ਨੀਤੀ ਸ਼ੁਰੂ ਹੋ ਗਈ ਨਾ, ਸਹਿਜ ਵੀ ਇਹਨਾਂ ਨੂੰ ਤੰਗ ਕਰੋ। ਇਹਦੇ ਨਾਲ ਹੀ ਉਹਨੇ ਕੀ ਕੀਤਾ, ਗੁਰੂ ਅਰਜਨ ਸਾਹਿਬ ਜੀ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਹਮਲੇ ਕਰਾਉਣੇ ਸ਼ੁਰੂ ਕਰ ਦਿੱਤੇ। ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਕਦੀ ਦਾਈ ਭੇਜ ਦੇਣੀ, ਕਦੀ ਸਪੇਰਾ ਭੇਜ ਦੇਣਾ, ਕਦੀ ਕੁਛ। ਇਹ ਸਾਰੇ ਕੰਮ ਸਨ ਕਿ ਤੰਗ ਕਰੋ ਅਗਲੇ ਨੂੰ। ਇਹ ਸਾਰੇ ਕਾਰਨ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੇ ਵਿੱਚ, ਕਿਉਂਕਿ ਇਹ ਗੱਲ ਜਿਹੜੀ ਹੈ ਇੱਕੇ ਦਿਨ ਚ ਨਹੀਂ ਹੋਈ। ਜਿਸ ਦਿਨ ਤੋਂ ਜਹਾਂਗੀਰ ਗੱਦੀ ਤੇ ਬਹਿ ਗਿਆ ਹੈ, ਨਕਸ਼ਬੰਦੀ ਲਹਿਰ ਵਾਲਿਆਂ ਤੇ ਵਰਨ ਵੰਡ ਵਾਲਿਆਂ ਨੇ ਉਦੋਂ ਤੋਂ ਇਹ ਸ਼ੁਰੂ ਕਰ ਦਿੱਤਾ ਹੈ, ਕੰਮ ਸ਼ੁਰੂ ਕਰ ਦਿੱਤਾ, ਮਾਹੌਲ ਬਣਾਉਣਾ ਸ਼ੁਰੂ ਕਰ ਦਿੱਤਾ। ਉਸ ਮਾਹੌਲ ਨੂੰ ਬਣਦਿਆਂ ਬਣਦਿਆਂ ਕਈ ਸਾਲ ਲੱਗੇ। ਉਹ ਸਾਲਾਂ ਦੇ ਵਿੱਚ ਕੰਮ ਕੀਤਾ ਪ੍ਰਿਥੀ ਚੰਦ ਨੇ। ਇਹਨਾਂ ਹੀ ਸਾਲਾਂ ਦੇ ਵਿੱਚ ਚੰਦੂ ਦੀ ਭੂਮਿਕਾ ਆ ਜਾਂਦੀ ਹੈ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਉਹ ਲਾਹੌਰ ਦੇ ਵਿੱਚ ਇੱਕ ਛੋਟਾ ਮੋਟਾ ਕੋਈ ਸਰਕਾਰੀ ਰੁਤਬੇ ਤੇ ਬੈਠਾ ਹੋਇਆ ਕੋਈ ਅਹਿਲਕਾਰ ਸੀਗਾ। ਇਹਦੀ ਭੂਮਿਕਾ ਇੱਥੇ ਆ ਕੇ ਰਲਦੀ ਹੈ ਨਾਲ, ਕਿਉਂਕਿ ਇਹ ਖੱਤਰੀ ਪਰਿਵਾਰ ਦੇ ਵਿੱਚੋਂ ਹੈ, ਵਰਨ ਆਸ਼ਰਮ ਨੂੰ ਮੰਨਣ ਵਾਲਾ। ਵਰਨ ਆਸ਼ਰਮ ਦੀ ਵਿਰੋਧਤਾ ਗੁਰੂ ਘਰ 'ਚ ਸ਼ੁਰੂ ਤੋਂ ਹੋ ਰਹੀ ਹੈ। ਇਸ ਕਰਕੇ, ਕਿਉਂਕਿ ਬਾਣੀ 'ਚ ਇੱਕ ਸ਼ਬਦ ਤੁਸੀਂ ਪੜ੍ਹਿਆ ਹੋਣਾ, ਬੜੀ ਵਾਰੀ ਸੁਣਿਆ ਹੋਣਾ, ਖੱਤਰੀਆਂ ਤਾਂ ਧਰਮ ਛੋੜਿਆ, ਮਲੇਸ਼ ਭਾਖਿਆ ਗਹੀ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਇਸ ਪੰਕਤੀ ਨੂੰ ਜਰਾ ਧਿਆਨ ਨਾਲ ਸਮਝਿਓ। ਇਸ ਪੰਕਤੀ ਦੇ ਭਾਵ ਨੂੰ ਚੰਦੂ ਨਾਲ ਜੋੜ ਕੇ ਸਮਝਿਓ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਉਂ ਕਹਿ ਰਹੇ ਨੇ ਕਿ ਖੱਤਰੀਆਂ ਤਾਂ ਧਰਮ ਛੋੜਿਆ। ਐਸਾ ਕਿਉਂ ਕਿਹਾ? ਉਹਦੇ ਪਿੱਛੇ ਕਾਰਨ ਇਹ ਸੀਗਾ ਕਿ ਜਿਨ੍ਹਾਂ ਨੂੰ ਅਖਤਿਆਰ ਮਿਲਿਆ ਸੀ ਕਿ ਤੁਸੀਂ ਲੋਕਾਂ ਦੀ ਰੱਖਿਆ ਕਰਨੀ ਹੈ, ਉਹੀ ਲੋਕਾਂ ਦਾ ਗਲਾ ਘੁੱਟ ਰਹੇ ਸਨ, ਮਾਰ ਰਹੇ ਸਨ ਲੋਕਾਂ ਨੂੰ। ਇਸ ਕਰਕੇ ਕੀ ਹੋਇਆ, ਇਹ ਚੰਦੂ ਦੀ ਭੂਮਿਕਾ ਇੱਥੇ ਆ ਕੇ ਸ਼ੁਰੂ ਹੁੰਦੀ ਆ। ਹੁਣ ਅਗਲੀ ਗੱਲ, ਇਸ ਘਟਨਾ ਨੂੰ ਜਿਹੜਾ ਹੈ ਉਹ ਅੰਜਾਮ ਕਿਵੇਂ ਦਿੱਤਾ ਗਿਆ? ਅੰਜਾਮ ਐਵੇਂ ਦਿੱਤਾ ਗਿਆ ਕਿ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ 1606 ਈਸਵੀ ਵਿੱਚ ਹੋਈ ਹੈ। ਮਈ ਮਹੀਨੇ ਦੀ ਇਹ ਗੱਲ ਹੈ। 1606 ਦੇ ਵਿੱਚ ਹੀ ਇੱਕ ਘਟਨਾ ਘਟਦੀ ਹੈ ਹਿੰਦੁਸਤਾਨ ਦੀ ਧਰਤੀ ਤੇ, ਜਿਸ ਨੂੰ ਆਧਾਰ ਬਣਾਇਆ ਜਾਂਦਾ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸ਼ਹੀਦ ਕਰਨ ਵਾਸਤੇ। ਹਾਲਾਂਕਿ ਲੋਕ ਪਹਿਲਾਂ ਤਿਆਰ ਕੀਤੇ ਜਾ ਚੁੱਕੇ ਨੇ, ਪਰ ਉਹਨੂੰ ਝੂਠੀ ਮੋਟੀ ਦਾ ਆਧਾਰ ਬਣਾਇਆ ਗਿਆ। ਉਹਨੂੰ ਜਿਹੜਾ ਸਾਹਮਣੇ, ਉਹ ਕੀ ਹੈ ਕਿ ਜਿਹੜਾ ਜਹਾਂਗੀਰ ਦਾ ਪੁੱਤਰ ਹੈ, ਅਕਬਰ ਦਾ ਪੁੱਤਰ ਹੈ, ਜਿਹੜਾ ਖੁਸਰੋ ਹੈ, ਇਹ ਆਗਰੇ ਤੋਂ ਬਗਾਵਤ ਕਰ ਦਿੰਦਾ ਹੈ। ਤੇ ਬਗਾਵਤ ਕਰਕੇ ਕੁਝ ਫੌਜ ਆਪਣੇ ਨਾਲ ਲੈ ਕੇ ਨਾਏ, ਇਹ ਪੰਜਾਬ ਥਾਣੀ ਲਾਹੌਰ ਨੂੰ ਜਾਂਦਾ ਹੈ। ਇਹਦੇ ਮਨ 'ਚ ਇਹ ਹੈ ਕਿ ਮੈਂ ਉੱਥੇ ਜਾ ਕੇ ਕਬਜ਼ਾ ਕਰ ਲਾਂਗਾ। ਜਦੋਂ ਇਸ ਗੱਲ ਦਾ ਪਤਾ ਜਹਾਂਗੀਰ ਨੂੰ ਲੱਗਦਾ ਹੈ, ਤਾਂ ਜਹਾਂਗੀਰ ਇਹਦੇ ਪਿੱਛੇ ਇੱਕ ਬੰਦੇ ਨੂੰ ਲਾ ਦਿੰਦਾ, ਜਿਹਦਾ ਨਾਮ ਹੈ ਮੁਰਤਜ਼ਾ ਖਾਂ। ਨਾਂ ਥੋੜੇ ਜਿਹੀ ਯਾਦ ਰੱਖਿਓ। ਇਹ ਮੁਰਤਜ਼ਾ ਖਾਂ ਉਹੀ ਬੰਦਾ ਹੈ ਜਿਹੜਾ ਗੁਰੂ ਅਰਜਨ ਸਾਹਿਬ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰਦਾ ਹੈ। ਥੋੜੀਆਂ ਜਿਹੀਆਂ ਗੱਲਾਂ ਨੂੰ ਨਾਲ ਜੋੜ ਕੇ ਵੇਖਣਾ ਪੈਣਾ ਆਪਾਂ ਨੂੰ। ਜਹਾਂਗੀਰ ਨੇ ਡਿਊਟੀ ਲਾ ਦਿੱਤੀ ਮੁਰਤਜ਼ਾ ਖਾਂ ਦੀ। ਮੁਰਤਜ਼ਾ ਖਾਨ ਦੀ ਡਿਊਟੀ ਇਹ ਲਾਈ ਗਈ ਕਿ ਮੇਰਾ ਮੁੰਡਾ ਕਰ ਗਿਆ ਹੀ ਬਗਾਵਤ, ਇਸ ਕਰਕੇ ਤੂੰ ਉਹਨੂੰ ਦਬਾਉਣਾ ਹੈ ਜਾਂ ਉਹਨੂੰ ਫੜਨਾ ਹੈ ਕਿਸੇ ਵੀ ਤਰੀਕੇ ਦੇ ਨਾਲ। ਉਹਦੇ ਮਗਰ ਮਗਰ ਹੀ ਜਹਾਂਗੀਰ ਹੋ ਤੁਰਦਾ ਹੈ। ਇਹ ਘਟਨਾ ਜਿਹੜੀ ਹੈਗੀ ਹੈ, ਇਹ ਹੈਗੀ ਹੈ 1 ਮਈ 1606 ਦੀ, ਇਹਦੇ ਕਰੀਬ ਦੀ ਹੈ। ਖੁਸਰੋ ਨੂੰ ਲਾਹੌਰੋਂ ਫੜ ਲਿਆ ਜਾਂਦਾ ਹੈ, ਫੜ ਕੇ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਗ੍ਰਿਫਤਾਰ ਕਰਕੇ ਉਹਦੀ ਜਿੰਨਿਆਂ ਬੰਦਿਆਂ ਨੇ
ਮਦਦ ਕੀਤੀ ਸੀ ਰਸਤੇ ਦੇ ਵਿੱਚ, ਸਾਰਿਆਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ। ਉਹਨਾਂ ਵਿੱਚ ਤਿੰਨ ਬੰਦਿਆਂ ਦਾ ਜ਼ਿਕਰ ਆਉਂਦਾ। ਇੱਕ ਬੰਦਾ ਹੈ ਥਨੇਸਰ ਦਾ, ਆ ਜਿਹੜਾ ਲਾਗੇ ਆਪਣਾ ਕੁਰਸ਼ੇਤਰ ਦੇ ਲੈ ਕੇ ਸ਼ਹਿਰ ਆ ਨਾ ਥਨੇਸਰ, ਇੱਥੋਂ ਦਾ ਹੈ ਸ਼ੇਖ ਅਹਿਮਦ ਥਨੇਸਰੀ ਉਹਦਾ ਨਾਮ ਹੈ। ਉਹਨੇ ਉਹਦੇ ਨਾਂ ਦਾ ਖੁਦਾ ਦੇ ਅੱਗੇ ਕੁਤਬਾ ਪੜਿਆ ਸੀ ਵੀ ਹਾਂ ਤੈਨੂੰ ਰਾਜ ਮਿਲ ਜਾਏ, ਤਾਂ ਉਹਨੇ ਦੇਸ਼ ਨਾਲ ਨਕਾਲਾ ਦੇਤਾ ਵੀ ਇਹਨੂੰ ਦੇਸ਼ ਚੋਂ ਬਾਹਰ ਕੱਢ ਦੋ, ਵੀ ਇਹਨੂੰ ਮੱਕੇ ਭੇਜ ਦੇ। ਦੋ ਬੰਦੇ ਹੋਰ ਸਨ, ਉਹਨਾਂ ਨੂੰ ਇੱਕ ਨੂੰ ਤਾਂ ਗਾਈ ਦੀ ਖੱਲ ਵਿੱਚ ਮੜ ਕੇ ਮਾਰ ਦਿੱਤਾ ਜਾਂਦਾ, ਇੱਕ ਨੂੰ ਖੋਤੇ ਦੀ ਖੱਲ ਵਿੱਚ ਮੜ ਕੇ ਮਾਰ ਦਿੱਤਾ ਜਾਂਦਾ। ਜਿਹੜਾ ਇਹ ਖੁਸਰੋ ਸੀਗਾ, ਇਹਦੀਆਂ ਅੱਖਾਂ ਸੀ ਦਿੱਤੀਆਂ ਜਾਂਦੀਆਂ, ਜੀਂਦੇ ਦੀਆਂ ਅੱਖਾਂ ਸੀ ਦਿੱਤੀਆਂ ਜਾਂਦੀਆਂ। ਭਾਵ ਬਗਾਵਤ ਕਰਨ ਵਾਲਿਆਂ ਨੂੰ ਜਿਹੜੀਆਂ ਇਹ ਖੌਫਨਾਕ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ। ਜਦੋਂ ਇਹ ਸਜ਼ਾਵਾਂ ਹੋ ਜਾਂਦੀਆਂ ਨੇ, ਇਸ ਤੋਂ ਬਾਅਦ ਜਿਹੜੇ ਨਕਸ਼ਬੰਦੀ ਲਹਿਰ ਵਾਲੇ ਨੇ ਨਾ, ਉਹਨਾਂ ਨੂੰ ਖਿਆਲ ਆਉਂਦਾ ਗੁਰੂ ਅਰਜਨ ਸਾਹਿਬ ਦਾ ਵੀ ਹੁਣ ਮਾਹੌਲ ਬਣਿਆ। ਮਾਹੌਲ ਕੀ ਬਣਿਆ ਕਿ ਬਾਦਸ਼ਾਹ ਪੰਜਾਬ ਇੱਥੇ ਆਇਆ ਹੋਇਆ, ਪੰਜਾਬ ਵਿੱਚ ਗੁਰੂ ਅਰਜਨ ਸਾਹਿਬ ਵੀ ਇੱਥੇ ਨੇ, ਖੁਸਰੋ ਵੀ ਪੰਜਾਬ ਵਿੱਚੋਂ ਲੰਘਿਆ। ਇਸ ਕਰਕੇ ਬਹਾਨਾ ਇਹ ਬਣਾ ਦੋ ਦਰਬਾਰ ਦੇ ਵਿੱਚ ਕਿ ਗੁਰੂ ਅਰਜਨ ਸਾਹਿਬ ਨੇ ਖੁਸਰੋ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ। ਹਾਲਾਂਕਿ ਗੁਰੂ ਅਰਜਨ ਸਾਹਿਬ ਖੁਸਰੋ ਨੂੰ ਮਿਲੇ ਨਹੀਂ, ਕਿਤੋਂ ਨਹੀਂ ਮਿਲੇ, ਕਿਉਂਕਿ ਉਹ ਉਸ ਵੇਲੇ ਅੰਮ੍ਰਿਤਸਰ ਸਨ। ਇਹ ਬਕਾਇਦਾ ਇਤਿਹਾਸਕ ਸਰੋਤਾਂ ਵਿੱਚ ਜ਼ਿਕਰ ਹੈ। ਇਹ ਉਧਰ ਗਿਆ ਹੀ ਨਹੀਂ, ਇਹ ਸਿੱਧਾ ਨਿਕਲ ਗਿਆ ਗੋਬਿੰਦਵਾਲ ਦਾ ਪਤਲ ਹੋ ਕੇ। ਪਰ ਬਹਾਨਾ ਇਹ ਬਣਾਇਆ ਗਿਆ, ਇਸ ਕਰਕੇ ਉਹੀ ਮੁਰਤਜ਼ਾ ਖਾਂ ਜਿਹੜਾ ਖੁਸਰੋ ਦੇ ਪਿੱਛੇ ਲੱਗਾ ਸੀਗਾ, ਉਸ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਗ੍ਰਿਫਤਾਰ ਕਰਨ ਲਈ ਭੇਜ ਦਿੱਤਾ ਜਾਂਦਾ। ਹਾਲਾਂਕਿ ਪਹਿਲਾਂ ਇਹ ਘਟਨਾਵਾਂ 21 ਦਿਨ ਬਾਅਦ ਘਟੀਆਂ ਜਾਂਦੀਆਂ ਨੇ। 21 ਦਿਨ ਪੂਰੀ ਪਲੈਨਿੰਗ ਕੀਤੀ ਜਾਂਦੀ ਹੈ ਕਿ ਗੁਰੂ ਅਰਜਨ ਸਾਹਿਬ ਨੂੰ ਫਸਾਉਣਾ ਕਿਵੇਂ ਹੈ। ਇੱਕ ਝੂਠੀ ਘਟਨਾ ਘਟੀ ਜਾਂਦੀ ਹੈ। ਤੁਸੀਂ ਸੋਚ ਕੇ ਵੇਖੋ, ਇਹ ਉਹੀ ਪੰਜਾਬ ਦੀ ਧਰਤੀ ਹੈ ਜਿੱਥੇ ਥੋੜੇ ਸਾਲ ਪਹਿਲਾਂ ਕਾਲ ਪਿਆ ਸੀਗਾ ਤੇ ਗੁਰੂ ਅਰਜਨ ਸਾਹਿਬ ਨੇ ਆਪਣੇ ਪੁੱਤ ਨੂੰ ਨਾਲ ਲੈ ਕੇ ਲੋਕਾਂ ਦੀ ਮਦਦ ਕੀਤੀ ਸੀ। ਕੱਲੇ ਲਾਹੌਰ ਸ਼ਹਿਰ ਦੇ ਵਿੱਚੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਹੱਥਾਂ ਦੇ ਨਾਲ ਲੋਕਾਂ ਦੀਆਂ ਲਾਸ਼ਾਂ ਚੁੱਕੀਆਂ ਸਨ ਕਿ ਉਸ ਦੇਸ਼ ਦੇ ਲੋਕ, ਉੱਥੋਂ ਦੇ ਲੋਕ ਜਿਹੜੇ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਖਿਲਾਫ ਕੁਝ ਐਸਾ ਕਰ ਸਕਦੇ ਸਨ। ਨਹੀਂ, ਇਹ ਉੱਪਰ ਜੋ ਰਾਜਨੀਤਿਕ ਲੋਕ ਕੰਮ ਕਰ ਰਹੇ ਸਨ ਤੇ ਉਹਨਾਂ ਦੇ ਨਾਲ ਉਹ ਲੋਕ ਜਿਨ੍ਹਾਂ ਦੇ ਜਿਹੜਾ ਧਾਰਮਿਕ ਏਜੰਡਿਆਂ ਨੂੰ ਨੁਕਸਾਨ ਪਹੁੰਚ ਰਿਹਾ ਸੀ ਗੁਰੂ ਅਰਜਨ ਸਾਹਿਬ ਕਰਕੇ, ਇਹ ਉਹ ਲੋਕ ਸਨ। ਇਸ ਕਰਕੇ ਉਹਨਾਂ ਨੇ ਝੂਠਾ ਬਹਾਨਾ ਬਣਾਇਆ ਕਿ ਗੁਰੂ ਅਰਜਨ ਸਾਹਿਬ ਨੇ ਤਿਲਕ ਦਿੱਤਾ ਹੈ, ਗੁਰੂ ਅਰਜਨ ਸਾਹਿਬ ਨੇ ਜਿਹੜਾ ਹੈ ਉਹ ਖੁਸਰੋ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ। ਹੁਕਮ ਜਾਰੀ ਕਰ ਦਿੱਤਾ ਜਹਾਂਗੀਰ ਨੇ, ਜਿਵੇਂ ਉਹਨੇ 3 ਬੰਦਿਆਂ ਨੂੰ ਪਿੱਛੇ ਕਤਲ ਕੀਤਾ ਸੀ ਨਾ, ਮੈਂ ਜ਼ਿਕਰ ਕਰ ਆਇਆ, ਸ਼ੇਖ ਅਹਿਮਦ ਥਾਨੇਸਰੀ ਤੇ 2 ਬੰਦੇ ਹੋਰ ਸਨ ਜਿਨ੍ਹਾਂ ਨੇ ਖੁਸਰੋ ਦੀ ਮਦਦ ਕੀਤੀ ਸੀ। ਇਵੇਂ ਉਹਨਾਂ ਨੇ ਝੂਠਾ ਬਹਾਨਾ ਬਣਾ ਕੇ ਗੁਰੂ ਅਰਜਨ ਸਾਹਿਬ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦੇ ਦਿੱਤਾ ਗਿਆ। ਗ੍ਰਿਫਤਾਰੀ ਮੁਰਤਜ਼ਾ ਖਾਂ ਨੇ ਕੀਤੀ ਹੈ, ਲਾਹੌਰ ਲਿਜਾਇਆ ਗਿਆ। ਲਾਹੌਰ ਖੜ ਕੇ ਤਿਆਰੀ ਤੇ ਪਹਿਲਾਂ ਤੋਂ ਸੀ ਸਾਰੀ ਹੁੰਦੀ, ਕਿਉਂਕਿ ਨਕਸ਼ਬੰਦੀ ਲਹਿਰ ਵਾਲਿਆਂ ਦਾ, ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਗੱਦੀ, ਉਹ ਕਹਿੰਦੇ ਸਾਨੂੰ ਗੱਦੀ ਚਾਹੀਦੀ ਹੈ। ਜਹਾਂਗੀਰ ਕਹਿੰਦਾ ਸੀ ਮੈਨੂੰ ਗੱਦੀ ਚਾਹੀਦੀ ਹੈ, ਉਹ ਕਹਿੰਦੇ ਤੈਨੂੰ ਗੱਦੀ ਦਵਾਵਾਂਗੇ, ਸਾਨੂੰ ਸਾਡੀਆਂ ਨੀਤੀਆਂ ਚਾਹੀਦੀਆਂ ਨੇ। ਜਿਹੜੇ ਬੰਦੇ ਸਾਡੀਆਂ ਨੀਤੀਆਂ ਦੇ ਵਿੱਚ ਰੋੜਾਂ ਨੇ ਉਹ ਸਾਰੇ ਤੈਨੂੰ ਮਾਰਨੇ ਪੈਣੇ। ਕਹਿੰਦਾ ਮੈਂ ਕਰਾਂਗਾ। ਗੱਲ ਤੁਰ ਪਈ ਤੋਂ ਸ਼ੁਰੂਆਤ ਹੋਈ ਹੈ। ਉਹਨੇ ਆਪਣੇ ਪੁੱਤਰ ਤੋਂ ਸ਼ੁਰੂਆਤ ਕੀਤੀ, ਖੁਸਰੋ ਤੋਂ ਸ਼ੁਰੂਆਤ ਕੀਤੀ, ਆਪਣਾ ਪੁੱਤ ਕਤਲ ਕੀਤਾ। ਉਸ ਤੋਂ ਬਾਅਦ ਝੂਠਾ ਬਹਾਨਾ ਬਣਾ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਲਾਹੌਰ ਬੁਲਾਇਆ ਗਿਆ। ਉੱਥੇ ਲਾਹੌਰ ਦੇ ਵਿੱਚ ਅੰਤਾਂ ਦੇ ਤਸੀਹੇ ਦਿੱਤੇ ਗਏ। ਉਹਨਾਂ ਤਸੀਹਿਆਂ ਦੇ ਵਿੱਚ ਇਹ ਚੰਦੂ ਸ਼ਾਮਲ ਸੀਗਾ। ਇਤਿਹਾਸਕਾਰ ਇਹ ਵੀ ਕਹਿੰਦੇ ਨੇ ਕਿ ਇਹਦੀ ਹਵੇਲੀ ਦੇ ਵਿੱਚ ਹੀ ਸਾਰਾ ਕੁਝ ਹੋਇਆ। ਉੱਥੇ ਗੁਰੂ ਅਰਜਨ ਸਾਹਿਬ ਜੀ ਨੂੰ ਭੁੱਖਾ ਵੀ ਰੱਖਿਆ ਗਿਆ, ਪਿਆਸਾ ਵੀ ਰੱਖਿਆ ਗਿਆ। ਉੱਥੇ ਗੁਰੂ ਅਰਜਨ ਸਾਹਿਬ ਜੀ ਨੂੰ ਤੱਤੇ ਥੰਮਾਂ ਦੇ ਨਾਲ, ਤੱਤੇ ਥੰਮ ਮਤਲਬ ਥੰਮ ਤਪਾ ਕੇ, ਜਿਵੇਂ ਤੰਦੂਰ ਹੁੰਦਾ ਹੈ ਨਾ, ਤੰਦੂਰ ਨੂੰ ਅੰਦਰੋਂ ਖਾਲੀ ਹੈ ਪਰ ਬਾਹਰੋਂ ਦੇ ਮਿੱਟੀ ਦਾ ਲੇਪ ਹੈ, ਇਸ ਕਰਕੇ ਗਰਮੀ ਨਹੀਂ, ਪਰ ਪੱਕੇ ਥੰਮ ਤਪਾ ਕੇ ਅੰਦਰੋਂ ਸੇਕ ਦੇ ਨਾਲ ਉਹਦੇ ਨਾਲ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਬੰਨਿਆ ਗਿਆ। ਅਖੀਰਲੀ ਜਿਹੜੀ ਉਹਨਾਂ ਦੀ ਸਜ਼ਾ ਸੀ, ਉਹ ਤੱਤੀ ਤਵੀ ਤੇ ਉਹਨਾਂ ਨੂੰ ਬਿਠਾ ਕੇ ਸਿਰ ਵਿੱਚ ਜਿਹੜਾ ਗਰਮ ਰੇਤਾ ਪਾਉਣੀ, ਇਹ ਤਸੀਹਾ ਦੇ ਕੇ ਤੇ ਰਾਵੀ ਦਰਿਆ ਦੇ ਵਿੱਚ ਰੋੜ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਅਸਲ 'ਚ ਉਹਨਾਂ ਦਾ ਏਜੰਡਾ ਸੀਗਾ ਜੋ ਸਿੱਖੀ ਦਾ ਸਰਬ ਸਾਂਝਾ ਉਪਦੇਸ਼
ਸੰਸਾਰ ਵਿੱਚ ਜਾ ਰਿਹਾ ਸੀ ਨਾ, ਇਸ ਸਰਬ ਸਾਂਝੇ ਉਪਦੇਸ਼ ਨੂੰ ਜੜੋਂ ਖਤਮ ਕਰਨਾ। ਪਰ ਇੱਥੇ ਯਾਦ ਰੱਖਿਓ, ਫਿਰ ਵੀ ਉਹ ਭੁੱਲ ਕਰ ਗਏ, ਉਹਨਾਂ ਕੋਲ ਗਲਤੀ ਹੋ ਗਈ, ਉਹ ਆਪਣੇ ਟੀਚੇ 'ਚ ਕਾਮਯਾਬ ਨਹੀਂ ਹੋਏ। ਉਹਨਾਂ ਨੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰ ਦਿੱਤਾ। ਪਰ ਭਾਈ ਗੁਰਦਾਸ ਜੀ ਦੇ ਬੋਲ ਪੜੋ, ਕਿਉਂਕਿ ਉਹਨਾਂ ਦੇ ਦਿਮਾਗ 'ਚ ਇੱਕ ਗੱਲ ਸੀ ਕਿ ਸ਼ਾਇਦ ਗੁਰੂ ਅਰਜਨ ਸਾਹਿਬ ਹੀ ਇਹ ਸਾਰਾ ਕੁਝ ਕਰਾ ਰਹੇ ਨੇ। ਉਹਨਾਂ ਦਾ ਨਿਸ਼ਾਨਾ ਸਰੀਰ ਵੱਲ ਸੀਗਾ, ਪਰ ਉਹਨਾਂ ਨੇ ਸਰੀਰ ਦੇ ਅੰਦਰ ਜਿਹੜੀ ਟਿਕੀ ਹੋਈ ਜੋਤ ਹੈ, ਜਿਹਨੂੰ ਆਪਾਂ ਸ਼ਬਦ ਕਹਿੰਦੇ ਆ, ਜਿਹਨੂੰ ਬਾਬੇ ਨਾਨਕ ਨੇ ਕੀ ਆਖਿਆ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਉਹਨੂੰ ਨਹੀਂ ਉਹ ਸਮਝ ਪਾਏ। ਇੱਥੇ ਵੇਖਿਓ ਉਹਨਾਂ ਕੋਲ ਭੁੱਲ ਕੀ ਹੋ ਗਈ ਹੈ। ਉਹਨਾਂ ਨੇ ਸ਼ਬਦ ਤੇ ਹਮਲਾ ਨਹੀਂ ਕੀਤਾ, ਉਹ ਸ਼ਬਦ ਜਿਹਦੇ 'ਚ ਵਿਚਰ ਰਿਹਾ ਸੀ ਉਸ ਸਰੀਰ ਤੇ ਹਮਲਾ ਕੀਤਾ। ਇਸੇ ਕਰਕੇ ਭਾਈ ਗੁਰਦਾਸ ਜੀ ਨੇ ਲਿਖਿਆ, ਕਹਿਣ ਲੱਗੇ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਕਹਿੰਦੇ ਜੇ ਇੱਕ ਸਰੀਰ ਖਤਮ ਹੋਇਆ ਤੇ ਦੂਜਾ ਸਰੀਰ ਆ ਗਿਆ। ਜਿਹੜਾ ਗੁਰੂ ਉਹ ਟੀਚੇ ਨੂੰ ਲੈ ਕੇ ਚੱਲ ਰਿਹਾ ਸੀ ਨਾ, ਉਹ ਗੁਰੂ ਨਹੀਂ ਖਤਮ ਹੋਇਆ, ਉਹ ਚੱਲ ਰਿਹਾ। ਇਹੀ ਭੁਲੇਖਾ ਉਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਵੇਲੇ ਲੱਗਾ। ਉਹਨਾਂ ਨੇ ਗਵਾਲੀਅਰ ਦੇ ਕਿਲੇ 'ਚ ਬੰਦ ਕਰ ਲਿਆ ਕਿ ਸ਼ਾਇਦ ਬੰਦ ਕਰ ਲਾਂਗੇ ਤੇ ਸਾਡਾ ਮਸਲਾ ਹੱਲ ਹੋ ਜਾਏਗਾ, ਤਾਂ ਵੀ ਨਹੀਂ ਹੱਲ ਹੋਇਆ। ਇਹੀ ਭੁਲੇਖਾ ਉਹਨਾਂ ਨੂੰ ਗੁਰੂ ਹਰਿਰਾਏ ਸਾਹਿਬ ਵੇਲੇ ਲੱਗਾ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਵੇਲੇ ਲੱਗਾ, ਗੁਰੂ ਤੇਗ ਬਹਾਦਰ ਮਹਾਰਾਜ ਵੇਲੇ ਵੀ ਇਹ ਭੁਲੇਖਾ ਉਹਨਾਂ ਨੂੰ ਲੱਗਾ, ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਵੀ ਉਹਨਾਂ ਨੂੰ ਇਹ ਭੁਲੇਖਾ ਲੱਗ ਗਿਆ ਕਿ ਪਰਿਵਾਰ ਕਤਲ ਕਰ ਦੋ, ਸਾਰਾ ਕੁਝ। ਪਰ ਉਹ ਆਪਣੇ ਟੀਚੇ 'ਚ ਸਫਲ ਨਹੀਂ ਹੋਏ, ਕਿਉਂਕਿ ਉਹਨਾਂ ਦਾ ਸਿੱਧਾ ਨਿਸ਼ਾਨਾ ਸੀਗਾ ਸਰੀਰ ਵੱਲ, ਉਹ ਸ਼ਬਦ ਤੇ ਹਮਲਾ ਨਹੀਂ ਸੀ ਕਰ ਰਹੇ। ਇਸ ਨੁਕਤੇ ਨੂੰ ਧਿਆਨ ਨਾਲ ਸਮਝਿਓ ਜੀ। ਉਹ ਸਰੀਰ ਤੇ ਧੜਾ ਧੜ ਹਮਲੇ ਕਰ ਰਹੇ ਸਨ, ਕਿਤੇ ਕਤਲ ਕਰ ਰਹੇ ਸਨ, ਕਿਤੇ ਸਾੜ ਰਹੇ ਸਨ, ਕਿਤੇ ਤਤੀਆਂ ਤਵੀਆਂ ਤੇ ਬਿਠਾ ਰਹੇ ਸਨ, ਕਿਤੇ ਬੰਦ ਕੱਟ ਰਹੇ ਸਨ, ਕਿਤੇ ਕੁਝ ਕਰ ਰਹੇ ਸਨ। ਪਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹ ਕਹਿ ਗਏ ਨਾ, ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ। ਹੁਣ ਉਹਨਾਂ ਨੂੰ ਭੁਲੇਖਾ ਨਹੀਂ ਰਿਹਾ। ਇੱਥੇ ਸਮਝਿਓ, ਹੁਣ ਉਹਨਾਂ ਨੂੰ ਭੁਲੇਖਾ ਨਹੀਂ ਰਿਹਾ। ਅੱਜ ਹਮਲੇ ਸਰੀਰ ਤੇ ਨਹੀਂ ਹੋ ਰਹੇ, ਅੱਜ ਸਿੱਧੇ ਹਮਲੇ ਕਿਹਦੇ ਤੇ ਹੋ ਰਹੇ ਨੇ, ਸ਼ਬਦ ਤੇ ਹੋ ਰਹੇ ਨੇ। ਉਸ ਵਕਤ ਹਮਲੇ ਸਰੀਰ ਤੇ ਸਨ, ਗੁਰੂ ਆਪਣੇ ਸਰੀਰ ਤੇ ਹਮਲੇ ਝੱਲ ਗਿਆ, ਸਿੱਖਾਂ ਨੂੰ ਸਿਖਾ ਗਿਆ। ਪਰ ਜਦੋਂ ਹਮਲਾ ਸ਼ਬਦ ਤੇ ਹੋਵੇਗਾ ਨਾ, ਇੱਕ ਬਾਣੀ ਦੀ ਪੰਕਤੀ ਆ, ਮੈਂ ਕਹਿ ਕੇ ਸਮਾਪਤੀ ਵਾਲੇ ਬੰਨੇ ਵਧਾਂਗਾ। ਬਾਣੀ 'ਚ ਇੱਕ ਪੰਕਤੀ ਲਿਖੀ ਆ, ਕਹਿੰਦੇ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਉਦੋਂ ਹਮਲਾ ਸਰੀਰ ਤੇ ਸੀਗਾ, ਸਰੀਰ ਤੇ ਹਮਲਾ ਹੋਇਆ, ਗੁਰੂ ਨੇ ਆਪਣੀ ਜੋਤ ਨੂੰ, ਜੁਗਤ ਨੂੰ ਬਦਲਿਆ, ਦੂਸਰੇ ਗੁਰੂ 'ਚ ਪ੍ਰਵੇਸ਼ ਕਰਵਾ, ਦੂਸਰੇ ਸਰੀਰ 'ਚ ਪ੍ਰਵੇਸ਼ ਕਰਵਾ ਦਿੱਤਾ। ਉਹ ਲਹਿਰ ਉਵੇਂ ਚੱਲਦੀ ਰਹੀ, ਸਗੋਂ ਚੜ੍ਹਦੀ ਕਲਾ ਦੇ ਨਾਲ ਚੱਲੀ। ਤੁਸੀਂ ਵੇਖੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਆਉਂਦੇ ਨੇ, 4 ਜੰਗਾਂ ਵੀ ਜਿੱਤਦੇ ਨੇ। ਜਿਵੇਂ ਜਿਵੇਂ ਆਪਾਂ ਗਾਂ ਜਾਂਦੇ ਆ, ਵਾਧਾ ਹੁੰਦਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੇਲਾ ਹੁੰਦਾ, 14 ਜੰਗਾਂ ਹੁੰਦੀਆਂ ਨੇ, 14 ਦੀਆਂ 14 ਜਿੱਤੀਆਂ ਜਾਂਦੀਆਂ ਨੇ। ਜਿਹੜਾ ਸਰੀਰਕ ਬਲ ਹੈ ਉਹ ਸਿੱਖਾਂ ਦਾ ਵੱਧ ਰਿਹਾ, ਜੇ ਉਹ ਘਟਾਉਣ ਦੀ ਕੋਸ਼ਿਸ਼ ਕਰਦੇ ਨੇ ਨਾ, ਵੱਧ ਰਿਹਾ। ਜਿੰਨੇ ਹਮਲੇ ਸਰੀਰ ਤੇ ਹੁੰਦੇ ਨੇ, ਸਿੱਖ ਉਹਨਾਂ ਹੀ ਆਪਣਾ ਸਰੀਰਕ ਬਲ ਵਧਾਈ ਜਾਂਦੇ ਨੇ। ਪਰ ਦਿੱਕਤ ਉਦੋਂ ਆ ਗਈ ਜਦੋਂ ਹਮਲੇ ਕਿਹਦੇ ਤੇ ਹੋਣ ਲੱਗ ਗਏ, ਸ਼ਬਦ ਤੇ ਹੋਣ ਲੱਗ ਗਏ। ਇਸ ਨੁਕਤੇ ਨੂੰ ਸਮਝਿਓ, ਸਿੱਖ ਸਾਰਾ ਕੁਝ ਬਰਦਾਸ਼ਤ ਕਰ ਸਕਦਾ ਹੈ, ਪਰ ਜਦੋਂ ਸ਼ਬਦ ਤੇ ਹਮਲਾ ਹੋਵੇਗਾ ਨਾ, ਉਦੋਂ ਸਿੱਖ ਨਹੀਂ ਰਹੇਗਾ, ਸਿੱਖ ਜੀਵੇਗਾ ਨਹੀਂ। ਇਸ ਨੁਕਤੇ ਨੂੰ ਅੱਜ ਸਾਨੂੰ ਸਮਝਣ ਦੀ ਲੋੜ ਹੈ ਕਿ ਸਾਡੀ ਨਿਗਾਹ ਦੇ ਵਿੱਚ ਜੋ ਦਰਜਾ ਸ਼ਬਦ ਦਾ ਹੈ, ਗੁਰੂ ਗ੍ਰੰਥ ਸਾਹਿਬ ਦਾ ਹੈ, ਉਹ ਕਿਸੇ ਹੋਰ ਦਾ ਨਹੀਂ ਹੈ। ਜੇ ਇਹਦੇ ਤੇ ਹਮਲੇ ਅਸੀਂ ਬਰਦਾਸ਼ਤ ਕਰ ਲਏ ਤਾਂ ਦਿੱਕਤਾਂ ਬਹੁਤ ਜ਼ਿਆਦੀਆਂ ਵੱਧ ਜਾਣੀਆਂ ਨੇ, ਬੜੀਆਂ ਪਰੇਸ਼ਾਨੀਆਂ ਸਾਡੇ ਸਾਹਮਣੇ ਆ ਜਾਣੀਆਂ ਨੇ, ਕਿਉਂਕਿ ਇੱਥੇ ਅਸੀਂ ਬੜੇ ਕਮਜ਼ੋਰ ਹਾਂ। ਜਿੱਥੋਂ ਸਾਨੂੰ ਤਾਕਤ ਮਿਲਣੀ ਹੈ, ਜਿੱਥੋਂ ਸਾਡੇ ਕੋਲ ਸਾਰਾ ਕੁਝ ਆਉਣਾ ਹੈ। ਤੁਸੀਂ ਵੇਖੋ, ਮੈਂ ਇੱਕ ਵਾਰਤਾ ਸਾਂਝੀ ਕਰਨ ਲੱਗਾ, ਧਿਆਨ ਨਾਲ ਸੁਣਿਓ।
ਸਵਾਮੀ ਰਾਮ ਤੀਰਥ ਦੰਡੀ ਸੰਨਿਆਸੀ ਹੋਏ ਨੇ। ਉਹਨਾਂ ਨੇ ਕਿਤਾਬ ਵੀ ਲਿਖੀ ਹੈ ਸਰਵੋਤਮ ਧਰਮ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ। ਸ਼੍ਰੋਮਣੀ ਕਮੇਟੀ ਉਹਨੂੰ ਛਾਪਦੀ ਹੈ, ਹਿੰਦੀ ਚ ਵੀ, ਪੰਜਾਬੀ ਚ ਵੀ ਤੇ ਅੰਗਰੇਜ਼ੀ ਚ, ਫ੍ਰੀ ਮਿਲਦੀ ਹੈ, ਪੜ੍ਹਿਓ ਜ਼ਰੂਰ। ਉਹ ਬੰਦਾ ਇੱਕ ਵਾਰੀ ਜਾਪਾਨ ਗਿਆ। ਜਦੋਂ ਜਾਪਾਨ ਗਿਆ, ਸ਼ਾਹੀ ਮਹਿਮਾਨ ਸੀਗਾ, ਉਹਨੂੰ ਜਾਪਾਨ ਦੇ ਰਾਜੇ ਦੇ ਮਹਿਲ ਵਿੱਚ ਠਹਿਰਾਇਆ ਗਿਆ। ਸੇਵਾ ਚਾਕਰੀ ਵਾਸਤੇ 2-4 ਨੌਕਰ ਦਿੱਤੇ ਗਏ। ਸਵੇਰੇ ਉੱਠਿਆ ਤੇ ਬਾਗ ਵਿੱਚ ਟਹਿਲਣ ਗਿਆ। ਜਦੋਂ ਬਾਗ ਵਿੱਚ ਟਹਿਲਣ ਗਿਆ ਤੇ ਬਾਗ ਦਾ ਜਿਹੜਾ ਮਾਲੀ ਸੀ ਨਾ, ਉਹ ਵੀ ਕੋਈ ਦਾਨਾ ਸੱਜਣ ਸੀਗਾ। ਉਸ ਨੇ ਸਵਾਲ ਕੀਤਾ, ਕਹਿੰਦੇ ਤੁਹਾਡੇ ਬਾਰੇ ਸੁਣਿਆ ਸਵਾਮੀ ਜੀ ਕਿ ਤੁਸੀਂ ਬੜੇ ਪਹੁੰਚੇ ਹੋਏ ਹੋ, ਆ ਸਾਹਮਣੇ ਇੱਕ ਰੁੱਖ ਹੈ, ਦੱਸੋ ਇਹਦੀ ਉਮਰ ਕਿੰਨੀ ਕੁ ਹੈ। ਸਵਾਮੀ ਜੀ ਨੇ ਉਸ ਰੁੱਖ ਦਾ ਕੱਦ ਵੇਖ ਕੇ ਨਾ, ਉਸ ਰੁੱਖ ਦਾ ਕੱਦ ਵੇਖ ਕੇ ਕਿ ਨਿੱਕਾ ਜਿਹਾ ਗਮਲੇ ਦੇ ਵਿੱਚ ਲੱਗਾ ਹੋਇਆ ਛੋਟਾ ਜਿਹਾ ਰੁੱਖ ਹੈ, ਸਵਾਮੀ ਜੀ ਕਹਿਣ ਲੱਗੇ ਹੁਣੀ ਕੋਈ 1-2 ਸਾਲ ਹੋਣੀ ਹੈ, ਕੱਦ ਇੰਨਾ ਕੀ ਹੈ। ਕਿਉਂਕਿ ਉਹਨਾਂ ਨੇ ਤਾਂ ਤਣੇ ਦੇ ਹਿਸਾਬ ਨਾਲ ਦੱਸਿਆ ਨਾ, ਤੇ ਲੰਬਾਈ ਦੇ ਹਿਸਾਬ ਨਾਲ ਦੇਖਿਆ ਵੀ ਜੇ ਤਾਂ ਪੁਰਾਣਾ ਹੁੰਦਾ ਤੇ ਉਹ ਬੜਾ ਲੰਮਾ ਚੌੜਾ ਹੋਣਾ ਸੀਗਾ। ਉਹਨਾਂ ਵੇਖਿਆ ਛੋਟਾ ਜਿਹਾ ਦਨਾ ਜਿਹਾ। ਕਹਿੰਦਾ ਜੀ ਹੁਣੀ ਹੈ 1-2 ਸਾਲ। ਕਹਿੰਦੇ ਸਵਾਮੀ ਜੀ ਤੁਹਾਡੇ ਬਾਰੇ ਸੁਣਿਆ ਤਾਂ ਬੜਾ ਸੀ, ਤੁਸੀਂ ਬੜੇ ਪਹੁੰਚੇ ਹੋਏ ਹੋ, ਪਰ ਮੈਨੂੰ ਨਹੀਂ ਲੱਗਾ ਕਿ ਤੁਸੀਂ ਪਹੁੰਚੇ ਹੋ, ਤੁਸੀਂ ਬੁੱਝ ਨਹੀਂ ਪਾਏ। ਕਹਿੰਦੇ ਜੀ ਫਿਰ ਮਾਲੀ ਜੀ ਤੁਸੀਂ ਦੱਸੋ। ਕਹਿੰਦੇ ਜੀ ਇਸ ਰੁੱਖ ਦੀ ਉਮਰ 100 ਸਾਲ ਹੈ। ਅਸੀਂ ਇਸ ਮਹਿਲ ਦੇ ਪੁਸ਼ਤਾਨੀ ਮਾਲੀ ਆ। ਮੇਰੇ ਤੋਂ ਪਹਿਲਾਂ ਮੇਰਾ ਬਾਪ, ਮੇਰੇ ਬਾਪ ਤੋਂ ਪਹਿਲਾਂ ਮੇਰਾ ਦਾਦਾ, ਦਾਦੇ ਤੋਂ ਪਹਿਲਾਂ ਮੇਰਾ ਪੜਦਾਦਾ, ਇਹ ਉਹਨਾਂ ਦੇ ਵੇਲੇ ਦਾ ਲੱਗਾ ਹੋਇਆ ਹੈ। ਸਵਾਮੀ ਬੜਾ ਹੈਰਾਨ, ਕਹਿੰਦਾ ਕਮਾਲ ਦੀ ਗੱਲ ਹੈ, ਇੰਨਾ ਪੁਰਾਣਾ ਰੁੱਖ ਹੈ ਪਰ ਹੈ ਬੜਾ ਅਦਨਾ ਜਿਹਾ, ਬੜਾ ਛੋਟਾ ਜਿਹਾ। ਕਹਿੰਦੇ ਸਵਾਮੀ ਜੀ ਰਮਜ ਇਹੀ ਹੈ ਕਿ ਮੇਰੇ ਦਾਦੇ, ਮੇਰੇ ਪੜਦਾਦੇ ਨੇ ਜਦੋਂ ਇਸ ਰੁੱਖ ਨੂੰ ਲਾਇਆ ਸੀ ਨਾ, ਉਸ ਵੇਲੇ ਤੋਂ ਬਸ ਇਹਦੀਆਂ ਅਸੀਂ ਜੜਾਂ ਵੱਢਦੇ ਆ ਰਹੇ ਹਾਂ। ਬਸ ਅਸੀਂ ਇਹਨੂੰ ਓਨੀਆਂ ਕਿ ਇਹਦੀਆਂ ਜੜਾਂ ਰਹਿਣ ਦਿੰਦੇ ਆ ਜਿੰਨਾ ਕਿ ਇਹਦਾ ਕੱਦ ਹੈ, ਇਹਦੀਆਂ ਜੜਾਂ ਵੱਢਦੇ ਆ ਰਹੇ ਆ, ਇਸੇ ਕਰਕੇ ਵੱਡਾ। ਮੇਰੀ ਗੱਲ ਸਮਝ ਆ ਗਈ ਹੋਣੀ ਹੈ ਤੁਹਾਨੂੰ। ਇਹ ਸ਼ਬਦ ਸਾਡੀਆਂ ਜੜਾਂ ਨੇ, ਤੇ ਜਦੋਂ ਜੜਾਂ ਤੇ ਹਮਲਾ ਹੋਵੇਗਾ ਰੁੱਖ ਨਹੀਂ ਵਧੇਗਾ, ਕੌਮ ਉੱਪਰ ਉਹ ਰੁੱਖ ਵਾਂਗੂ ਛੋਟੇ ਰਹਿ ਜਾਣਗੇ, ਅਦਨੇ ਰਹਿ ਜਾਣਗੇ। ਸੋ ਇਸ ਕਰਕੇ ਗੁਰੂ ਅਰਜਨ ਸਾਹਿਬ ਤੇ ਹਮਲਾ ਸਰੀਰ ਬਾਹਰ ਹੋਇਆ, ਪੱਤਿਆਂ ਤੇ ਹਮਲਾ, ਕੋਈ ਦਿੱਕਤ ਨਹੀਂ, ਗੁਰੂ ਝੱਲ ਗਿਆ। ਗੁਰੂ ਹਰਗੋਬਿੰਦ ਸਾਹਿਬ ਤੇ ਬਾਹਰੀ ਹਮਲੇ ਹੋਏ, ਗੁਰੂ ਝੱਲ ਗਿਆ, ਮੁਕਾਬਲਾ ਵੀ ਕੀਤਾ, ਜਵਾਬ ਵੀ ਦਿੱਤਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਤੇ ਹਮਲੇ ਹੋਏ, ਗੁਰੂ ਝੱਲ ਗਏ, ਜਵਾਬ ਵੀ ਦਿੱਤਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਹਮਲੇ ਹੋਏ, ਝੱਲ ਗਏ ਨੇ, ਕਿਉਂਕਿ ਬਾਹਰੀ ਹਮਲੇ ਸਨ। ਪਰ ਜਦੋਂ ਹਮਲਾ ਜੜਾਂ ਤੇ ਹੋਏਗਾ ਨਾ, ਜਦੋਂ ਕੋਈ ਤੁਹਾਡੀਆਂ ਜੜਾਂ ਵੱਢੇਗਾ, ਫਿਰ ਵਧਿਆ, ਫਿਰ ਉਹ ਰੁੱਖ ਵਾਂਗੂ ਆਪਾਂ ਦਾਨੇ ਪੁਰਾਣੇ ਤੇ ਹੁੰਦੇ ਜਾਵਾਂਗੇ, ਪੁਰਾਣੇ ਤੇ ਹੁੰਦੇ ਜਾਵਾਂਗੇ, ਪਰ ਵਧਾਂਗੇ ਨਹੀਂ। ਇਸ ਕਰਕੇ ਧਿਆਨ ਰੱਖਣਾ, ਅੱਜ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਜਿਹੜੀ ਸਾਨੂੰ ਸਿੱਖਿਆ ਹੈ ਨਾ, ਉਹ ਇਹੀ ਹੈ ਕਿ ਗੁਰੂ ਅਰਜਨ ਸਾਹਿਬ ਨੇ ਜੜਾਂ ਤੇ ਹਮਲਾ ਨਹੀਂ ਹੋਣ ਦਿੱਤਾ, ਆਪਣਾ ਸਰੀਰ ਅੱਗੇ ਕਰ ਦਿੱਤਾ ਹੈ। ਸ਼ਬਦ ਤੇ ਹਮਲਾ ਨਹੀਂ। ਅਗਲਿਆਂ ਨੇ ਬੜਾ ਜ਼ੋਰ ਲਾਇਆ ਕਿ ਬਾਣੀ ਦੇ ਸਿਧਾਂਤ ਚੇਂਜ ਕਰ ਦੋ, ਬਾਣੀ ਦਾ ਚੇਂਜ, ਪਰ ਕੋਈ ਬਰਦਾਸ਼ਤ ਨਹੀਂ ਕੀਤਾ। ਇਸ ਕਰਕੇ ਅੱਜ ਸਿੱਖ ਦਾ ਫਰਜ਼ ਹੈ, ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ, ਅਸੀਂ ਇਹਨਾਂ ਜੜਾਂ ਤੇ ਹਮਲਾ ਨਹੀਂ ਹੋਣ ਦੇਣਾ। ਇਸ ਜੜਾਂ ਨੂੰ, ਬਾਣੀ ਨੂੰ ਸੰਭਾਲ ਕੇ ਆਪਣੇ ਘਰਾਂ ਵਿੱਚ ਆਪਣੇ ਬੱਚਿਆਂ ਦੇ ਨਾਲ ਇਹਦੀ ਸਾਂਝ ਜਿਹੜੀ ਹੈ ਉਹ ਪਾਉਣੀ ਹੈ। ਕਦੀ ਯਾਦ ਕਰੋ ਸਾਡੇ ਬਜ਼ੁਰਗਾਂ ਦਾ ਵੇਲਾ, ਜਦੋਂ ਸਾਡੇ ਬਜ਼ੁਰਗ ਪੰਜਾਬ ਦੀ ਧਰਤੀ ਤੇ ਰਹਿੰਦੇ ਸਨ। ਮੈਂ ਉਹ ਗਾਥਾ ਸਾਂਝੀ ਕਰਨ ਲੱਗਾ, ਘੋੜਿਆਂ ਦੀਆਂ ਕਾਠੀਆਂ ਤੇ ਰਹਿਣਾ। ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ, ਰਤਨ ਸਿੰਘ ਭੰਗੂ ਨੇ ਇਹ ਗੱਲ ਲਿਖੀ ਆਪਣੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਤੇ ਪੰਥ ਪ੍ਰਕਾਸ਼ ਵਿੱਚ, ਪੜ੍ਹ ਕੇ ਵੇਖੋ। ਕਹਿੰਦੇ ਘੋੜਿਆਂ ਦੀ ਕਾਠੀਆਂ ਤੇ ਰਹਿਣਾ, ਤੇੜ ਕਸ਼ਹਿਰਾ ਹੋਣਾ, ਗਲ ਗਾਤਰਾ ਹੋਣਾ, ਤਨ ਤੇ ਕੱਪੜਾ ਹੈ ਕਿ ਨਹੀਂ ਹੈ ਕੋਈ ਪਰਵਾਹ ਨਹੀਂ, ਪਰ ਕਹਿੰਦੇ ਇੱਕ ਚੀਜ਼ ਜ਼ਰੂਰ ਸੀ, ਇੱਕ ਸਾਫਾ ਕੋਰ ਹੋਣਾ, ਸਾਫੇ ਦੇ ਵਿੱਚ ਬਾਣੀ ਨੂੰ ਗੰਢ ਮਾਰੀ ਹੋਣੀ, ਪੋਥੀ ਨੂੰ ਗੰਢ ਮਾਰੀ ਹੋਣੀ, ਤੇ ਲੱਕ ਦੇ ਨਾਲ ਇਸ ਤਰ੍ਹਾਂ ਬੰਨਿਆ ਹੋਣਾ। ਇਸ ਤਰ੍ਹਾਂ ਬੰਨ ਕੇ ਤੁਸੀਂ ਵੇਖੋ, ਝੱਗਾ ਵੀ ਨਹੀਂ, ਪਜਾਮਾ ਵੀ ਨਹੀਂ, ਜੰਗਲਾਂ 'ਚ ਰਹਿਣਾ। ਖਾਣਾ ਮਿਲ ਗਿਆ ਖਾ ਲਿਆ, ਨਹੀਂ ਮਿਲ ਗਿਆ ਘੋੜਿਆਂ ਦੀਆਂ ਕਾਠੀਆਂ ਤੇ ਚੱਲੇ ਨੇ ਗਾਂ,
ਗਾਂ ਤੋਂ ਗਾਂ, ਗਾਂ ਤੋਂ ਗਾਂ। ਪਰ ਬਾਣੀ ਦੀ ਪੋਥੀ ਕੋਲ ਹੈ, ਜਿੱਥੇ ਟਾਈਮ ਮਿਲਣਾ ਉੱਥੇ ਬਾਣੀ ਦੀ ਪੋਥੀ ਖੋਲ ਕੇ ਤੁਸੀਂ ਵੇਖੋ, ਕੋਈ ਬੇਅਦਬੀ ਨਹੀਂ ਹੋਣੀ। ਮੋਢੇ ਤੇ ਬੰਨੀ ਆ, ਪਿੱਛੇ ਪਸੀਨਾ ਵੀ ਲੱਗਦਾ ਹੋਏਗਾ ਨਾ ਕੰਡ ਤੇ, ਪਰ ਕਦੀ ਬੇਅਦਬੀ ਨਹੀਂ ਹੋਈ। ਪਰ ਹੁਣ ਅਸੀਂ ਬੇਅਦਬੀ ਤੋਂ ਡਰੀ ਜਾਂਦੇ ਆ। ਚੰਗੇ ਭਲੇ ਬੰਦੇ ਬੇਅਦਬੀ ਤੋਂ ਡਰੀ ਬਾਣੀ ਦੀ ਪੋਥੀ ਨੂੰ ਹੱਥ ਲਾਉਣ ਤੋਂ ਡਰ ਰਹੇ ਨੇ। ਸਿੱਖਾਂ ਹੱਥ ਲਾਇਆ ਬੇਅਦਬੀ ਨਹੀਂ ਹੁੰਦੀ। ਜੇ ਤੁਸੀਂ ਦੇਖੋ ਕੰਡ ਤੇ ਬੰਨਿਆ ਬੇਅਦਬੀ ਨਹੀਂ ਹੋਈ। ਮਸਲਾ ਉੱਥੇ ਸਮਝਣ ਦਾ ਸੀ ਕਿ ਉਸ ਸਿੱਖ ਦੀ ਭਾਵਨਾ ਪਵਿੱਤਰ ਸੀ। ਅੱਜ ਅਸੀਂ ਬਾਣੀ ਖੁਦ ਨਹੀਂ ਪੜ੍ਹਨੀ ਚਾਹੁੰਦੇ। ਬਾਨੇ ਜੀ ਮੇਰੇ ਹੱਥ ਸੁੱਚੇ ਨਹੀਂ ਜੀ, ਘਰ 'ਚ ਜਗ੍ਹਾ ਨਹੀਂ ਹੈਗੀ ਜੀ, ਪੋਥੀ ਕਿੱਥੇ ਰੱਖਾਂਗੇ ਜੀ, ਬਾਣੀ ਕਿੱਥੇ ਰੱਖਾਂਗੇ ਜੀ। ਫ੍ਰਿਜ ਨੂੰ ਜਗ੍ਹਾ ਹੈਗੀ ਆ, ਦਾ ਜਿਹੜਾ ਲਿਆਂਦਾ ਉਹਨੂੰ ਵੀ ਜਗ੍ਹਾ ਹੈ। ਕਈ ਵਾਰੀ ਘਰ 'ਚ ਸਾਰਾ ਸਮਾਨ ਹੁੰਦਾ ਹੈ, ਪਰ ਫਿਰ ਵੀ ਆਪਾਂ ਕੁੜੀ ਵਾਲਿਆਂ ਨੂੰ ਮਨਾ ਨਹੀਂ ਕਰਦੇ, ਕਹਿੰਦੇ ਕੋਈ ਗੱਲ ਨਹੀਂ ਜੀ, ਭੇਜ ਦਿਓ, ਐਡਜਸਟਮੈਂਟ ਕਰ ਹੀ ਲਵਾਂਗੇ। ਫਿਰ ਵੀ ਐਡਜਸਟਮੈਂਟ ਹੋ ਜਾਂਦੀ ਹੈ। ਇਹ ਸਾਨੂੰ ਸਮਝਣ ਦੀ ਲੋੜ ਹੈ। ਘਰਾਂ 'ਚ ਬਾਣੀ ਦੀ ਪੋਥੀ ਹੋਣੀ, ਉਸ ਬਾਣੀ ਨਾਲ ਰੋਜ਼ ਜੁੜਨਾ ਅੱਜ ਸਾਡਾ, ਇਹ ਸਾਡੀਆਂ ਜੜ੍ਹਾਂ ਨੇ। ਜੇ ਸਿੱਖ ਕੋਲੋਂ ਬਾਣੀ ਨਾ ਹੁੰਦੀ, ਸ਼ਾਇਦ ਉਹ ਜੰਗਲਾਂ ਵਿੱਚ ਜਿੰਦਾ ਨਾ ਬਚਦੇ, ਉਹ ਮਰ ਜਾਂਦੇ। ਉਹ ਪਹਿਲਾ ਘੱਲੂਘਾਰਾ, ਉਹ ਦੂਸਰਾ ਘੱਲੂਘਾਰਾ। ਪੜ੍ਹ ਕੇ ਤਾਂ ਵੇਖੋ ਕਿਤਾਬਾਂ ਦੇ ਵਿੱਚੋਂ ਕਿੰਨੀ ਖੌਫਨਾਕ ਜ਼ਿੰਦਗੀ ਉਹਨਾਂ ਨੇ ਬਤਾਈ ਹੈ। ਇੱਥੋਂ ਤੱਕ ਪਿੰਡਾਂ ਦੇ ਵਿੱਚ ਜਿਹੜੇ ਵੈਦ ਕੋਲ ਜਾਣਾ ਨਾ, ਕਿਤੇ ਬਿਮਾਰ ਹੋ ਜਾਣਾ ਜੰਗਲਾਂ ਵਿੱਚ, ਤੁਹਾਨੂੰ ਪਤਾ ਹੈ ਮੱਛਰ ਲੜ ਜਾਣਾ ਜਾਂ ਲੜਦਿਆਂ ਕਿਤੇ ਜ਼ਖਮ ਲੱਗ ਜਾਣ। ਹੁਣ ਸੁਣਿਓ ਧਿਆਨ ਨਾਲ, ਪਿੰਡ ਦੇ ਕਿਸੇ ਵੈਦ ਕੋਲ ਚੱਲ ਜਾਣਾ ਵੀ ਦਵਾਈ ਦੇ ਦੇ, ਉਹਨੇ ਦਵਾਈ ਨਹੀਂ ਦੇਣੀ। ਜੇ ਜ਼ਖਮ ਹੋਣਾ ਤੇ ਜ਼ਖਮ ਨਾ ਸਿਉਣਾ, ਕਹਿੰਦੇ ਤੂੰ ਸਿੱਖ ਆ, ਤੇਰਾ ਜ਼ਖਮ ਸੀ ਕੇ ਮੈਂ ਮਰਨਾ, ਅਗਲੇ ਮੈਨੂੰ ਮਾਰ ਦੇਣਗੇ। ਜੇ ਕਿਤੇ ਭੁੱਖੇ ਹੋਣਾ ਵੀ ਚੱਲ ਕੁਝ ਖਾਣ ਲਈ ਨਹੀਂ ਮਿਲਿਆ, ਪਿੰਡ ਦੇ ਕਿਸੇ ਦੁਕਾਨਦਾਰ ਕੋਲ ਸੌਦਾ ਲੈਣ ਚੱਲ ਜਾਣਾ, ਉਹਨੇ ਸੌਦਾ ਨਾ ਦੇਣਾ, ਪੈਸੇ ਦੇਣੇ ਤਾਂ ਵੀ ਸੌਦਾ ਨਾ ਦੇਣਾ। ਕਹਿੰਦੇ ਤੂੰ ਸਿੱਖ ਹੈ, ਤੈਨੂੰ ਸੌਦਾ ਦਿੱਤਾ, ਅਗਲਿਆਂ ਨੇ ਸਾਨੂੰ ਮਾਰ ਦੇਣਾ। ਇਸੇ ਕਰਕੇ 18ਵੀਂ ਸਦੀ ਦੇ ਵਿੱਚ ਸਿੱਖਾਂ ਨੇ ਫਿਰ ਲੁੱਟਣਾ ਸ਼ੁਰੂ ਕੀਤਾ ਸੀ। ਵੈਸੇ ਸਿੱਖ ਲੁਟੇਰੇ ਨਹੀਂ ਸੀਗੇ। ਜਦੋਂ ਦੁਕਾਨਾਂ ਵਾਲਿਆਂ ਨੇ ਦੁਕਾਨਾਂ ਤੋਂ ਸੌਦਾ ਦੇਣਾ ਬੰਦ ਕਰ ਦਿੱਤਾ, ਡਾਕਟਰਾਂ ਨੇ ਦਵਾਈ ਦੇਣੀ ਬੰਦ ਕਰ ਦਿੱਤੀ, ਚਾਰੇ ਦਰਵਾਜ਼ੇ ਬੰਦ ਹੋ ਗਏ, ਫਿਰ ਉਹਨਾਂ ਨੇ ਹਮਲੇ ਕਰਕੇ ਲੁੱਟਣਾ ਸ਼ੁਰੂ ਕੀਤਾ। ਵੈਸੇ ਸਿੱਖ ਲੁਟੇਰੇ ਨਹੀਂ ਸੀਗੇ, ਮਜਬੂਰੀ ਹੋ ਗਈ ਕਿ ਜੀਣਾ ਤਾਂ ਹੈ ਨਾ, ਹੁਣ ਅੱਗੇ ਤਾਂ ਵਧਣਾ ਹੈ ਨਾ। ਸੋ ਇਹਨਾਂ ਰਾਹਾਂ ਵਿੱਚੋਂ ਸਾਡੇ ਲੋਕ ਨਿਕਲੇ ਨੇ, ਕਿਉਂਕਿ ਜੜਾਂ ਬੜੀਆਂ ਮਜ਼ਬੂਤ ਸਨ, ਜੜਾਂ ਡੂੰਘੀਆਂ ਧਰਤੀ ਦੇ ਵਿੱਚ ਲੱਗੀਆਂ ਹੋਈਆਂ ਸਨ। ਸੋ ਆਪ ਜੀ ਪਾਸ ਇਹੀ ਬੇਨਤੀ ਹੈ ਕਿ ਇਹਨਾਂ ਜੜਾਂ ਦੇ ਵਿੱਚ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣਾ ਖੂਨ ਪਾਇਆ। ਉਸ ਖੂਨ ਨੂੰ ਅਸੀਂ ਸੰਭਾਲਣਾ, ਉਸ ਖੂਨ ਦੀ ਅਸੀਂ ਸੰਭਾਲ ਕਰਨੀ ਹੈ। ਇਹੀ ਆਪ ਜੀ ਪੁਰ ਬੇਨਤੀ ਹੈ। ਵਿਚਾਰਾਂ ਕਰਦੇ ਹਾਂ, ਬਹੁਤ ਸਾਰੀਆਂ ਗਲਤੀਆਂ ਭੁੱਲਾਂ ਦਾਸ ਪਾਸੋਂ ਹੋਈਆਂ ਹੋਣਗੀਆਂ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੇ ਆਪ ਸਾਰੀ ਸਰਾਵਾਂ ਦੀ ਜੋ ਸਾਧ ਸੰਗਤ, ਮੇਰੇ ਨੌਜਵਾਨ ਵੀਰ ਹਨ, ਪਿੱਛੇ ਬਜ਼ੁਰਗ ਬੈਠੇ ਹਨ, ਬਾਪੂ ਜੀ ਹੋਣੀ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਅਤੇ ਭੁੱਲਾਂ ਗਲਤੀਆਂ ਦੀ ਜਿਹੜੀ ਹੈ ਉਹ ਖਿਮਾ ਜਾਚਨਾ ਆਪ ਜੀ ਪਾਸੋਂ ਮੰਗਦੇ ਆ। ਗੱਜ ਵੱਜ ਕੇ ਸਾਰਿਆਂ ਨੇ ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਸਾਹਿਬ ਜੀਓ, ਇਹ ਸਨ ਪ੍ਰੋਫੈਸਰ